ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਿਟਿਡ ਕੀ ਤੁਸੀਂ ਵੀ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ। ਹਰਮਨਜੋਤ ਸਿੰਘ ਸੋਢੀ, ਮੈਂਬਰ ICCRC, 19 ਸਾਲ ਤੋਂ ਵੱਧ ਦਾ ਤਜਰਬਾ। ਮੈਂ ਨੈਨੀ ਕੇਅਰਗਿਵਰ ਵਿੱਚ ਸਪੈਸ਼ਲਿਸਟ ਹਾਂ। ਇਹਦੇ ਨਾਲ ਤੁਸੀਂ ਮੈਨੂੰ ਸਟੱਡੀ ਵੀਜ਼ਾ, ਫੈਡਰਲ ਸਕਿੱਲ ਵਰਕਰ ਐਕਸਪ੍ਰੈਸ ਐਂਟਰੀ, ਸਪਾਊਸਲ ਸਪਾਂਸਰਸ਼ਿਪ, ਪੇਰੈਂਟਸ ਗ੍ਰੈਂਡ ਪੇਰੈਂਟਸ ਸਪਾਂਸਰਸ਼ਿਪ ਵਾਸਤੇ ਵੀ ਕੰਟੈਕਟ ਕਰ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਤੋਂ। ਗਲੋਬਲ ਵਿਲੇਜ ਇਮੀਗ੍ਰੇਸ਼ਨ ਸੋਲਿਊਸ਼ਨ ਲਿਮਿਟਿਡ, ਹਰਮਨਜੋਤ ਸਿੰਘ ਸੋਢੀ। ਫੋਨ 4168483930 ਜਾਂ ਫਿਰ ਤੁਸੀਂ ਇੰਡੀਆ ਦੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ +91 9041058833। HK Movers, home, offices, apartments and delivery, big or small, we move it all. HK Movers, Local and long distance, we also ship cars. नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल। मैं हां तरनजीत कौर घुम्मण हाज़र हां जी लैके तुहाडा अपना प्रोग्राम जिहदे विच असीं गलबात करांगे रीयल स्टेट मार्केट दे बारे विच। रीयल स्टेट दी असीं जदों भी गल करदे हां ना तां सारे पासे डिस्कशन इस वक्त यही चल रही है कि रेट ऑफ इंटरस्ट इन्ना हो चुकिया कि इस वक्त बायर्स मार्केट है या सैलर्स मार्केट है, इस वक्त की कीता जावे, इंटरस्ट रेट किधर नूं जाएगी, बहुत सारे अजिहे सवाल होंदे ने। सो ये सवाल आले दुआले करन दी बजाय साडे अज दे प्रोग्राम तुसीं कर सकदे हो क्योंकि तुहाडे सवालां दे असीं जवाब भी देवांगे। ਰੀਅਲ ਸਟੇਟ ਮਾਰਕੀਟ ਦੇ ਵਿੱਚ ਤਾਜ਼ਾ ਅਪਡੇਟ ਵੀ ਤੁਹਾਨੂੰ ਦਵਾਂਗੇ। ਸੋ ਤੁਹਾਡਾ ਰੀਅਲ ਸਟੇਟ ਨੂੰ ਲੈ ਕੇ ਕੋਈ ਵੀ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਰੀਅਲ ਸਟੇਟ ਦੇ ਬਾਰੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟੀਮ ਅਰੋੜਾ ਤੋਂ ਪ੍ਰਵੀਨ ਅਰੋੜਾ ਜੀ ਤੇ ਦੀਪਕ ਰਾਜ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਵਾਂ ਦਾ। ਤਰਨ ਜੀ, ਮੇਰੇ ਵੱਲੋਂ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਹਮਦਰਦ ਦੇ ਸਾਰੇ ਵਿਊਅਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਤਾਂ ਪਲੀਜ਼ ਸਾਨੂੰ ਕਾਲ ਕਰੋ ਸਟੂਡੀਓ 'ਚ, ਅਸੀਂ ਕੋਸ਼ਿਸ਼ ਕਰਾਂਗੇ ਉਹਦਾ ਆਨਸਰ ਦੇ ਸਕੀਏ। ਬਿਲਕੁਲ ਜੀ, ਤੁਸੀਂ ਮੇਰਾ ਕੰਮ ਸੌਖਾ ਕਰ ਦਿੱਤਾ। ਸਰ, ਰੀਅਲ ਸਟੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਅੱਜ ਦੀ ਪੋਜੀਸ਼ਨ ਕੀ ਹੈ ਰੀਅਲ ਸਟੇਟ ਦੀ, ਸਪੈਸ਼ਲੀ GTA ਦੀ ਗੱਲ ਕਰੀਏ ਤਾਂ? GTA ਦੇ ਵਿੱਚ ਤਰਨ ਜੀ ਅੱਜ ਦੀ ਜੇ ਆਪਾਂ ਪੋਜੀਸ਼ਨ ਦੇਖੀਏ ਤਾਂ ਜਿਹੜਾ ਨੰਬਰ ਆਫ ਸੇਲਸ ਨੇ ਉਹ ਡੈਫੀਨੇਟਲੀ ਘੱਟ ਨੇ, ਉਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈ। ਪਰ ਇੱਕ ਦੂਜੀ ਵਧੀਆ ਚੀਜ਼ ਇਹ ਹੈ ਕਿ ਜਿਹੜੀਆਂ ਲਿਸਟਿੰਗਸ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਨਹੀਂ ਵੱਧ ਰਹੀਆਂ। ਮਤਲਬ ਲਿਸਟਿੰਗ ਦਾ ਨੰਬਰ ਸਲੋਲੀ ਆ ਜਿਹੜਾ ਉਹ ਗਰੋ ਕਰ ਰਿਹਾ, ਲਿਸਟਿੰਗ ਦਾ ਨੰਬਰ ਉੱਪਰ ਜਾ ਰਿਹਾ, ਬਟ ਨਾਲ ਦੀ ਨਾਲ ਸੇਲਸ ਵੀ ਹੋ ਰਹੀਆਂ ਨੇ। ਨੋ ਡਾਊਟ ਕਿ ਲੋਕਾਂ ਨੂੰ ਮਤਲਬ ਮੌਰਗੇਜ ਦਾ ਕਾਫੀ ਬੜਾ ਚੈਲੰਜ ਆ, ਇਹਦੇ ਨੂੰ ਆਪਾਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇਗੇ। ਬਟ ਇਹਦੇ ਨਾਲ ਨਾਲ ਇੱਕ ਜਿਹੜੀ ਦੂਜੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਤਰਨ ਜੀ, ਉਹ ਇਹ ਹੈ ਕਿ ਮਾਰਕੀਟ ਦੇ ਵਿੱਚ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਪਰ ਉਹਦੇ ਨਾਲ ਉਹਦੇ 'ਚ ਅਪਰਚੁਨਿਟੀਜ਼ ਵੀ ਆਉਂਦੀਆਂ ਨੇ ਸੇਮ ਮਾਰਕੀਟ ਦੇ ਵਿੱਚ। ਸਾਨੂੰ ਕੀ ਲੱਗ ਰਿਹਾ ਕਿ ਜਿਹੜੀ ਅੱਜ ਦੀ ਮਾਰਕੀਟ ਹੈ ਇਹਦੇ ਵਿੱਚ ਬਾਇੰਗ ਵਾਸਤੇ ਕਾਫੀ ਵਧੀਆ ਅਪਰਚੁਨਿਟੀਜ਼ ਨੇ ਜਿਹੜੀਆਂ ਕਿ ਬਾਇਰਸ ਅਵੇਲ ਕਰ ਸਕਦੇ ਨੇ, ਜਿਹਦਾ ਕਿ ਬਾਇਰਸ ਫਾਇਦਾ ਉਠਾ ਸਕਦੇ ਨੇ। ਨੋ ਡਾਊਟ ਉਹਨਾਂ ਨੂੰ ਆਪਣੀ ਮੌਰਗੇਜ ਵਾਸਤੇ ਕੁਆਲੀਫਾਈ ਹੋਣਾ ਜਾਂ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ ਆ, ਉਹ ਇੱਕ ਅਲੱਗ ਪਾਰਟ ਆ। ਬਟ ਜੇ ਹੁਣ ਜਿਵੇਂ ਆਪਾਂ ਗੱਲ ਕਰੀਏ ਕਿ ਮਾਰਕੀਟ ਦੇ ਵਿੱਚ ਅਪਰਚੁਨਿਟੀ ਦੀ, ਪ੍ਰਾਈਸ ਦੀ, ਕੋਈ ਪ੍ਰਾਪਰਟੀ ਵਧੀਆ ਲੈਣ ਦੀ, ਵਧੀਆ ਲੋਕੇਸ਼ਨ ਤੇ ਲੈਣ ਦੀ, ਉਹ ਮਾਰਕੀਟ ਦੇ ਵਿੱਚ ਇਸ ਟਾਈਮ ਕਾਫੀ ਵਧੀਆ ਅਪਰਚੁਨਿਟੀਜ਼ ਅਵੇਲੇਬਲ ਨੇ। ਸਰ, ਰੀਅਲ ਸਟੇਟ ਨੇ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਜੇ ਰੀਅਲ ਸਟੇਟ ਹਿੱਟ ਹੋਈ ਆ ਤਾਂ ਇਸ ਵਕਤ ਇੰਟਰਸਟ ਰੇਟ ਦੇ ਕਰਕੇ ਹੋਈ ਆ, ਤੇ ਇੰਟਰਸਟ ਰੇਟ ਨੇ ਰੀਅਲ ਸਟੇਟ ਨੂੰ ਹੀ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵਿਤ ਵੀ ਕੀਤਾ। ਇਸ ਵੇਲੇ ਦੀ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ, ਲੋਕਾਂ 'ਚ ਥੋੜੀ ਜਿਹੀ ਪੈਨਿਕ ਸਿਚੁਏਸ਼ਨ ਹੈਗੀ ਆ, ਪਰ ਜਿਵੇਂ ਜੇ ਅਸੀਂ ਬਾਕੀ ਸਿਨੈਰੀਓ ਦੀ ਗੱਲ ਕਰੀਏ, ਰੇਟ ਆਫ ਇੰਟਰਸਟ ਦੀ ਗੱਲ ਕਰੀਏ ਜਾਂ ਮਹਿੰਗਾਈ ਦੀ ਗੱਲ ਕਰੀਏ, ਅਗਲੀ ਮੀਟਿੰਗ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਕਿ ਕੀ ਸਟੇਬਲ ਰਹੇਗੀ, ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲੇਗੀ, ਜਾਂ ਤੁਹਾਨੂੰ ਲੱਗ ਰਿਹਾ ਕਿ ਜੇ ਕਿਉਂਕਿ ਇੱਕ ਦੋ ਥੋੜੀਆਂ ਜਿਹੀਆਂ ਹੋਰ ਰੇਟ ਆਫ ਇੰਟਰਸਟ ਵਾਧਾ ਜਾਂ ਘਾਟਾ ਹੋ ਗਿਆ ਤਾਂ ਲੋਕਾਂ ਲਈ ਕਾਫੀ ਮੁਸ਼ਕਿਲ ਹੋ ਜਾਣਾ ਸਰਵਾਈਵ ਕਰਨਾ? ਦੇਖੋ, ਜੇ ਆਪਾਂ ਇੰਡੀਕੇਟਰਸ ਦੇਖੀਏ ਮਾਰਕੀਟ ਦੇ, ਥੋੜੇ ਹਾਲਾਤ ਜਿਹੜੇ ਮਾਰਕੀਟ ਦੇ ਹੋ ਰਹੇ, ਥੋੜੇ ਚੇਂਜ ਤਾਂ ਹੋ ਰਹੇ ਨੇ ਕਿਉਂਕਿ ਇਨਫਲੇਸ਼ਨ ਆਲਰੇਡੀ ਇਹਨਾਂ ਦੇ ਕਾਫੀ ਕੰਟਰੋਲ ਸਿਸਟਮ ਹੈਗੀ ਹੈ। ਬਟ ਜਿਹੜਾ ਇੰਟਰਸਟ ਰੇਟ ਦਾ ਫੈਕਟਰ ਉਹ ਕਾਫੀ ਚੀਜ਼ਾਂ ਉਹ ਮੋਨੀਟਰ ਕਰਦੇ ਨੇ, ਉਹਦੇ ਨਾਲ ਇੰਟਰਸਟ ਰੇਟ ਵਧੇਗਾ ਜਾਂ ਨਹੀਂ ਵਧੇਗਾ, ਕਿਉਂਕਿ US ਨੇ ਆਲਰੇਡੀ ਵਧਾ ਚੁੱਕੀ। ਸਾਡਾ 0.5 ਦਾ ਗੈਪ ਹੈਗਾ ਅੱਜ ਦੀ ਡੇਟ ਦੇ ਵਿੱਚ US ਦੇ ਨਾਲ, ਅਸੀਂ ਘੱਟ ਤੇ ਹਾਂ, ਉਹ ਸਾਡੇ ਤੋਂ 0.5 ਉੱਪਰ ਨੇ। ਉਹਨੂੰ ਮੈਚ ਕਰਨ ਲਈ ਹੋ ਸਕਦਾ ਕਿ 0.25 ਆਪਾਂ ਸਤੰਬਰ 'ਚ ਇੱਕ ਹੋਰ ਹਾਈਕ ਦੇਖੀਏ, ਔਰ ਇਹ ਵੀ ਹੋ ਸਕਦਾ ਕਿ ਨਾ ਵੀ ਹੋਵੇ। ਇਹ ਕਹਿਣਾ ਬੜਾ ਮੁਸ਼ਕਲ ਹੈ ਇਸ ਟਾਈਮ ਇਸ ਮਾਰਕੀਟ ਦੇ ਵਿੱਚ। ਵੈਸਟਰਨ ਕੰਟਰੀਜ਼ ਦੀ ਮੈਂ ਗੱਲ ਕਰਾਂ, ਮੈਂ ਕੱਲ ਆਸਟ੍ਰੇਲੀਆ ਦੇ ਬਾਰੇ ਪੜ੍ਹਦੀ ਪਈ ਸੀ ਨਿਊਜ਼, ਉਹਦੇ ਵਿੱਚ ਵੀ ਸੇਮ ਸਿਚੁਏਸ਼ਨ ਹੈ ਕਿ ਜਿਹੜੇ ਮੇਨ ਸ਼ਹਿਰ ਹੈਗੇ ਨੇ ਉੱਥੇ ਇਸ ਵਕਤ ਮਹਿੰਗਾਈ ਇੰਨੀ ਹੋ ਗਈ ਹੈ ਕਿ ਲੋਕੀ ਛੱਡ ਕੇ ਜਿਹੜੇ ਸਬਰਬਸ 'ਚ ਰਹਿਣ ਲਈ ਤਿਆਰ ਹੋ ਰਹੇ ਨੇ ਜਾਂ ਆਊਟਰ ਏਰੀਆਜ਼ 'ਚ ਰਹਿ ਰਹੇ ਨੇ। ਉੱਥੇ ਦੂਜੇ ਪਾਸੇ ਹੁਣ ਜੇ US ਦੀ ਗੱਲ ਕੀਤੀ ਜਾਵੇ, ਉੱਥੇ ਵੀ ਰੇਟ ਆਫ ਇੰਟਰਸਟ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਕੈਨੇਡਾ ਦੇ ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਜਿਹੜਾ ਆ ਮਾਰਕੀਟ ਜਿਹੜੀ ਆ ਸਿਚੁਏਸ਼ਨ ਥੋੜੀ ਜਿਹੀ ਡਾਊਨ ਵੱਲ ਨੂੰ ਜਾ ਰਹੀ ਹੈ। ਜੇ ਅਸੀਂ ਜੁਲਾਈ ਮਹੀਨੇ ਦੇ ਨਾਲ ਕੰਪੇਅਰ ਕਰਕੇ ਵੇਖੀਏ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਪਰ ਇਸ ਵਾਰੀ ਜਿਹੜੀ ਆ ਜੁਲਾਈ ਮਹੀਨੇ ਦੇ ਵਿੱਚ ਬੈਲੈਂਸ ਥੋੜਾ ਜਿਹਾ ਹੋਇਆ ਨਜ਼ਰ ਆ ਰਿਹਾ ਰੀਅਲ ਸਟੇਟ ਦੇ ਵਿੱਚ। ਬੈਲੈਂਸ ਤਰਨ ਜੀ ਇਸ ਤਰ੍ਹਾਂ ਹੋਇਆ ਕਿ ਜਿਹੜੀਆਂ ਨੰਬਰ ਆਫ ਸੇਲਸ ਨੇ ਦੇਖੋ ਉਹ
ਤਾਂ ਹੋ ਰਹੀਆਂ ਨੇ। ਬਾਕੀ ਜਿਵੇਂ ਪ੍ਰਾਈਸ ਦੀ ਆਪਾਂ ਗੱਲ ਕਰੀਏ ਕਿ ਪ੍ਰਾਈਸ ਮੈਂ ਇਹ ਨਹੀਂ ਕਹਿ ਰਿਹਾ ਕਿ ਬਹੁਤ ਕੋਈ ਥੱਲੇ ਜਾ ਰਹੇ ਨੇ ਜਾਂ ਕੁਝ ਐਸੀ ਗੱਲ ਹੈ, ਕਿਉਂਕਿ ਪ੍ਰਾਈਸਿਸ ਦੇ ਵਿੱਚ ਆਲਰੇਡੀ ਕਾਫੀ ਕਰੈਕਸ਼ਨ ਹੋ ਚੁੱਕੀ ਆ। ਸਿਰਫ ਤੇ ਸਿਰਫ ਜਿਹੜਾ ਚੈਲੰਜ ਹੈ ਇਸ ਟਾਈਮ ਸਭ ਤੋਂ ਬੜਾ ਉਹ ਇਹ ਹੈ ਕਿ ਲੋਕਾਂ ਨੂੰ ਮੌਰਗੇਜ ਦੀਆਂ ਪੇਮੈਂਟਸ ਕਾਫੀ ਜ਼ਿਆਦਾ ਨੇ। ਹੁਣ ਇਹ ਜਿਹੜੀਆਂ ਪੇਮੈਂਟਸ ਨੇ ਕਿੰਨਾ ਕੁ ਟਾਈਮ ਰਹਿੰਦੀਆਂ ਨੇ, ਇਹ ਮਾਰਕੀਟ ਦੇ ਵਿੱਚ 1 ਸਾਲ ਜਾਂ 1.5 ਸਾਲ ਤੱਕ ਇਹ ਜਿਹੜਾ ਮਤਲਬ ਇੰਟਰਸਟ ਰੇਟ ਆ ਇਹ ਰਹੇਗਾ, ਉਹਦੇ ਬਾਰੇ ਜਿਵੇਂ ਕਹ ਲਓ ਕਿ ਥੋੜਾ ਜਿਹਾ ਪ੍ਰੈਡਿਕਟ ਕਰਨਾ ਤਾਂ ਮੁਸ਼ਕਲ ਆ। ਵੈਸੇ ਇਹ ਚੀਜ਼ ਲੱਗ ਰਹੀ ਆ ਕਿ ਆਉਣ ਵਾਲੇ ਸਾਲ ਦੇ ਵਿੱਚ ਇੰਟਰਸਟ ਰੇਟ ਤੇ ਕੋਈ ਨਾ ਕੋਈ ਚੇਂਜ ਜ਼ਰੂਰ ਆਏਗੀ। ਬਾਕੀ ਹੁਣ ਜਿਵੇਂ ਕਹਿ ਲਈਏ ਕਿ ਗਵਰਨਮੈਂਟ ਨੂੰ ਖੁਦ ਵੀ ਸਮਝਣਾ ਚਾਹੀਦਾ ਕਿ ਲੋਕੀ ਹੁਣ ਸਾਰੇ ਪਾਸੇ ਜਿਵੇਂ ਇਸ ਚੀਜ਼ ਤੇ ਬਾਰੇ ਕਾਫੀ ਜ਼ਿਆਦਾ ਰਿਜੈਂਟਮੈਂਟ ਦਿਖਾ ਰਹੇ ਆ ਕਿ ਇਹ ਚੀਜ਼ ਠੀਕ ਨਹੀਂ ਹੋ ਰਹੀਗੀ। ਤੁਸੀਂ ਗਵਰਨਮੈਂਟ ਦੀ ਗੱਲ ਕਰ ਰਹੇ ਹੋ, ਮਿਸਟਰ ਟਰੂਡੋ ਦੀ ਸਟੇਟਮੈਂਟਸ ਹੁੰਦੇ ਪਏ ਸੀ ਤੇ ਉਹਨਾਂ ਨੇ ਇਹ ਕਿਹਾ ਵਾ ਕਿ ਕਹਿੰਦੇ ਹੁਣੇ ਮਿਲਟਨ ਦੇ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਦੇ ਰਿਗਾਰਡਿੰਗ ਹੀ ਆਏ ਸੀ ਤੇ ਉਹਨਾਂ ਦੀ ਸਟੇਟਮੈਂਟ ਇਹ ਹੈ ਕਿ ਕਹਿੰਦੇ ਜਿਹੜਾ ਹਾਊਸਿੰਗ ਦਾ ਮੁੱਦਾ ਆ ਜਾਂ ਹਾਊਸਿੰਗ ਦੇ ਕ੍ਰਾਈਸਿਸ ਨੇ ਇਹ ਫੈਡਰਲ ਇਸ਼ੂ ਘੱਟ ਆ, ਇਹ ਪ੍ਰੋਵਿੰਸ਼ੀਅਲ ਜਾਂ ਮਿਊਨਿਸਪਲ ਇਸ਼ੂ ਜ਼ਿਆਦਾ ਆ। ਦੇਖੋ ਤਰਨ ਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਤੇ ਜਿਹੜੀ ਆਪਣੇ ਸਿਟੀਜ਼ ਨੇ ਉਹ ਕਾਫੀ ਵੱਡਾ ਪਾਰਟ ਪਲੇ ਕਰਦੇ ਨੇ ਹਾਊਸਿੰਗ ਦੇ ਮਾਮਲੇ ਦੇ ਵਿੱਚ, ਪਰ ਜਿਹੜਾ ਫੈਡਰਲ ਲੈਵਲ ਤੇ ਸਭ ਤੋਂ ਵੱਡਾ ਪਾਰਟ ਪਲੇ ਹੋ ਰਿਹਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਥੋੜਾ। ਇਸ ਟਾਈਮ ਜਿਹੜਾ ਮਾਰਕੀਟ ਦੇ ਵਿੱਚ ਕ੍ਰਾਈਸਿਸ ਆ ਨੇ ਜੀ, ਉਹ ਜਿਹੜਾ ਕ੍ਰਾਈਸਿਸ ਆ ਉਹਦੇ ਚ ਮੇਜਰ ਪਾਰਟ ਆ ਮੈਨੂੰ ਉਹ ਲੱਗ ਰਿਹਾ ਕਿ ਫੈਡਰਲ ਮਤਲਬ ਗਵਰਨਮੈਂਟ ਦੇ ਕੰਨਿਓ ਆ। ਉਹਦਾ ਰੀਜ਼ਨ ਕੀ ਆ ਕਿ ਫੈਡਰਲ ਗਵਰਨਮੈਂਟ ਦੀ ਆਪਾਂ ਕਿਉਂ ਗੱਲ ਕਰ ਰਹੇ ਆ? ਠੀਕ ਆ ਕਿ ਜਿਹੜਾ ਅਪਰੂਵਲਸ ਦਾ ਸਿਸਟਮ ਆ ਉਹ ਜਿਹੜਾ ਉਹ ਪ੍ਰੋਵਿੰਸ਼ੀਅਲ ਜਾਂ ਜੋ ਸਿਟੀਜ਼ ਨੇ ਉਹਨਾਂ ਦਾ ਪਾਰਟ ਆ ਕਿ ਜੇ ਇਨਵੈਂਟਰੀ ਮਾਰਕੀਟ ਦੇ ਵਿੱਚ ਘੱਟ ਆ ਉਹਦੇ ਚ ਸਿਟੀ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਕਾਫੀ ਵੱਡਾ ਪਾਰਟ ਪਲੇ ਕਰਦੀ ਆ। ਬਟ ਐਟ ਦਾ ਸੇਮ ਟਾਈਮ ਉਹਦੇ ਨਾਲ ਜਿਹੜੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਮਾਰਕੀਟ ਦੇ ਵਿੱਚ ਹੋਈ ਹੋਈ ਆ ਉਹ ਲੋਕਾਂ ਦੀ ਹੋਈ ਹੋਈ ਆ ਉਹਨਾਂ ਦੀ ਪੇਮੈਂਟਸ ਦੀ, ਉਹਨਾਂ ਦੀ ਅਫੋਰਡੇਬਿਲਟੀ ਦੀ, ਕਿ ਉਹ ਉਨੀਆਂ ਪੇਮੈਂਟਸ ਨਹੀਂ ਕਰ ਪਾ ਰਹੇ। ਉਹਦੇ ਚ ਫੈਡਰਲ ਗਵਰਨਮੈਂਟ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਰੋਲ ਅਦਾ ਕਰ ਰਹੀ ਹੈ ਕਿ ਜਿਹੜਾ ਬੈਂਕ ਆਫ ਕੈਨੇਡਾ ਵਾ ਉਹ ਇੱਕ ਉਹਨਾਂ ਦਾ ਇਹ ਹੈ ਕਿ ਵੀ ਆਪਾਂ ਜਿਹੜਾ ਇਨਫਲੇਸ਼ਨ ਆ ਉਹਨੂੰ ਥੱਲੇ ਲੈ ਕੇ ਆਣਾ। ਇਨਫਲੇਸ਼ਨ ਨੂੰ ਥੱਲੇ ਲੈ ਕੇ ਆਉਣ ਦੇ ਵਾਸਤੇ ਉਹ ਜਿਹੜਾ ਮਨੀ ਆ ਮਾਰਕੀਟ ਦੇ ਵਿੱਚ ਉਹਦਾ ਜਿਹੜਾ ਫਲੋ ਆ ਉਹ ਘਟਾਉਣਾ ਚਾਹ ਰਹੇ ਆ। ਪਰ ਦੂਜੇ ਪਾਸੇ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਮਾਰਕੀਟ ਦੇ ਵਿੱਚ ਮਨੀ ਪੰਪ ਕਰ ਰਹੀ ਹੈ ਡੇ ਐਂਡ ਨਾਈਟ। ਉਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਫੈਡਰਲ ਗਵਰਨਮੈਂਟ ਰਿਸਪੌਂਸਿਬਲ ਨਹੀਂ ਹੈ। ਇਨਡਾਇਰੈਕਟਲੀ ਫੈਡਰਲ ਗਵਰਨਮੈਂਟ ਹੀ ਸਭ ਤੋਂ ਵੱਡਾ ਪਾਰਟ ਪਲੇ ਕਰ ਰਹੀ ਹੈ ਉੱਥੇ। ਇੱਕ ਪਾਸੇ ਆਪਾਂ ਲੋਕਾਂ ਦੀ ਅਫੋਰਡੇਬਿਲਟੀ ਘਟਾਉਣ ਵਾਸਤੇ ਇੰਟਰਸਟ ਰੇਟ ਵਧਾ ਰਹੇ ਹਾਂ, ਦੂਜੇ ਪਾਸੇ ਆਪਾਂ ਮਾਰਕੀਟ ਦੇ ਵਿੱਚ ਮਨੀ ਪੰਪ ਕਰ ਰਹੇ ਹਾਂ। ਉਹ ਇਨਫਲੇਸ਼ਨ ਨੂੰ ਆਪਾਂ ਕਿੱਥੋਂ ਥੱਲੇ ਲੈ ਕੇ ਆਵਾਂਗੇ? ਕਿਉਂਕਿ ਜੇ ਆਪਾਂ ਇਨਫਲੇਸ਼ਨ ਨੂੰ ਥੱਲੇ ਲੈ ਕੇ ਆਉਣਾ, ਸਰਕਾਰ ਆਪਦੀ ਰਿਸਪੌਂਸਿਬਿਲਟੀ ਕਿਉਂ ਨਹੀਂ ਲੈਂਦੀ ਕਿ ਅਸੀਂ ਵੀ ਆਪਦਾ ਖਰਚਾ ਘਟਾਈਏ? ਜੇ ਅਸੀਂ ਲੋਕਾਂ ਦੇ ਉੱਪਰ ਇਹ ਪ੍ਰੈਸ਼ਰ ਪਾ ਰਹੇ ਹਾਂ ਕਿ ਤੁਸੀਂ ਉਹਨਾਂ ਦੀ ਬਾਇੰਗ ਪਾਵਰ ਨੂੰ ਆਪਾਂ ਥੱਲੇ ਲੈ ਕੇ ਜਾਈਏ, ਤਾਂ ਸਰਕਾਰ ਨੂੰ ਵੀ ਆਪਦਾ ਜਿਹੜਾ ਐਕਸਪੈਂਸ ਆ ਉਹਨੂੰ ਘਟਾਉਣਾ ਚਾਹੀਦਾ, ਮਨੀ ਦੇ ਫਲੋ ਨੂੰ ਆ ਜਿਹੜਾ ਘੱਟ ਕਰਨਾ ਚਾਹੀਦਾ। ਇਹਦੇ ਵਾਸਤੇ ਮੈਨੂੰ ਨਹੀਂ ਲੱਗ ਰਿਹਾ ਕਿ ਫੈਡਰਲ ਗਵਰਨਮੈਂਟ ਜ਼ਿੰਮੇਵਾਰ ਨਹੀਂ ਹੈ। ਫੈਡਰਲ ਗਵਰਨਮੈਂਟ ਵੀ ਇਕੁਅਲੀ ਜ਼ਿੰਮੇਵਾਰ ਆ ਉਸ ਚੀਜ਼ ਵਾਸਤੇ। ਇਨਵੈਂਟਰੀ ਦਾ ਜਿਹੜਾ ਪਾਰਟ ਆ ਨੋ ਡਾਊਟ ਪ੍ਰੋਵਿੰਸ਼ੀਅਲ ਤੇ ਜਿਹੜੀਆਂ ਸਿਟੀ ਕਾਉਂਸਲਸ ਨੇ ਉਹ ਪਾਰਟ ਪਲੇ ਕਰਦੀਆਂ ਨੇ, ਪਰ ਜਿਹੜਾ ਇਨਫਲੇਸ਼ਨ ਦੇ ਵਿੱਚ ਪਾਰਟ ਪਲੇ ਹੋ ਰਿਹਾ ਉਹ ਫੈਡਰਲ ਗਵਰਨਮੈਂਟ ਪਾਰਟ ਪਲੇ ਕਰ ਰਹੀ ਹੈ। ਹੁਣ ਕਿਹਾ ਜਾ ਰਿਹਾ ਕਿ ਜਿਵੇਂ ਇੰਸਟਰਕਸ਼ਨ ਦੇ ਖੇਤਰ ਦੇ ਵਿੱਚ ਲੇਬਰ ਦੀ ਬਹੁਤ ਸ਼ਾਰਟੇਜ ਹੈਗੀ ਹੈ, ਜਿਹਦੇ ਕਰਕੇ ਕਿਹਾ ਜਾ ਰਿਹਾ ਕਿ ਛੇਤੀ ਹੁਣ ਜਿਹੜੀ ਕੰਸਟਰਕਸ਼ਨ ਦਾ ਕੰਮ ਵੀ ਆ ਉਹ ਕਿਤੇ ਨਾ ਕਿਤੇ ਡਿਸਟਰਬ ਹੁੰਦਾ ਆ, ਤਾਂ ਇਮੀਗ੍ਰੇਸ਼ਨ ਦੇ ਵਿੱਚ ਕੰਸਟਰਕਸ਼ਨ ਵਰਕਰਸ ਨੂੰ ਥੋੜੀ ਜਿਹੀ ਤਰਜੀਹ ਦਿੱਤੀ ਜਾਵੇ। ਪਰ ਉੱਥੇ ਦੂਜੇ ਪਾਸੇ ਇਹ ਹੁਣ ਆਪੋਜੀਸ਼ਨ ਕਹਿ ਰਹੀ ਆ ਕਿ ਤੁਸੀਂ ਨਿਊ ਇਮੀਗ੍ਰੈਂਟਸ ਨੂੰ ਲੈ ਕੇ ਤਾਂ ਆ ਰਹੇ ਹੋ, ਪਰ ਉਹਨਾਂ ਨੂੰ ਰੱਖਣਾ ਕਿੱਥੇ ਆ? ਉਹਨਾਂ ਦੇ ਰੱਖਣ ਲਈ ਹਾਊਸਿੰਗ ਬਿਲਡ ਕਰਨਾ ਬਹੁਤ ਜ਼ਰੂਰੀ ਹੈ। ਆ ਕੇ ਸਿਟੀਜ਼ ਦੇ ਉੱਤੇ ਜਿਸ ਤਰੀਕੇ ਨਾਲ ਬਰਡਨ ਪੈ ਰਿਹਾ ਵਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸੈਕਟਰ ਹੋਵੇ, ਸਭ ਤੋਂ ਪਹਿਲੀ ਗੱਲ ਆ ਕਿ ਉਹਨਾਂ ਨੂੰ ਸਿਰ ਤੇ ਰਹਿਣ ਲਈ ਛੱਤ ਚਾਹੀਦੀ ਹੈ, ਤੇ ਉਸ ਸਪੀਡ ਦੇ ਨਾਲ ਹਾਊਸਿੰਗ ਨਹੀਂ ਬਣ ਪਾ ਰਹੀ ਹੈਗੀ। ਤਰਨ ਜੀ, ਮੈਂ ਹੁਣ ਤੁਹਾਨੂੰ ਛੋਟੀ ਜਿਹੀ ਇੱਥੇ ਗੱਲ ਸ਼ੇਅਰ ਕਰਨੀ ਚਾਹੁੰਦਾ। ਆਪਾਂ ਆਪਣੇ ਵੈਸਟ ਦੀ ਗੱਲ ਕਰ ਲਈਏ, ਬਰੈਂਪਟਨ, ਮਿਸੀਸਾਗਾ ਦੀ ਆਪਾਂ ਗੱਲ ਕਰ ਲਈਏ, ਜਾਂ ਈਟੋਬੀਕੋ, ਜਿਹੜੇ ਆਪਣੇ ਨਾਲ ਦੀਆਂ ਪਾਕਟਸ ਲੱਗਦੀਆਂ ਨੇ। ਕਿਉਂਕਿ ਜੇ ਆਪਾਂ ਟੋਰਾਂਟੋ ਦੀ ਗੱਲ ਕਰਦੇ ਹਾਂ, ਟੋਰਾਂਟੋ ਡਾਊਨਟਾਊਨ ਦੇ ਵਿੱਚ ਥੋੜਾ ਜਿਹਾ ਮਤਲਬ ਜਿਵੇਂ ਕਹ ਲਓ ਆਪਣੇ ਨਾਲੋਂ ਚੇਂਜ ਹੋ ਜਾਂਦਾ ਸਿਸਟਮ। ਜਦੋਂ ਅਸੀਂ ਆਏ ਸੀਗੇ ਉਦੋਂ ਗੱਲ ਹੁੰਦੀ ਸੀ ਕਿ ਵੀ ਆਪਾਂ ਬੇਸਮੈਂਟ ਲੈਣੀ ਆ ਰੈਂਟ ਤੇ ਜੀ, ਲੋਕ ਬੇਸਮੈਂਟ ਬਾਰੇ ਗੱਲ ਕਰਦੇ ਸੀਗੇ। ਇੱਕ ਟਾਈਮ ਆਇਆ ਜੀ ਬੇਸਮੈਂਟ ਆ ਤਾਂ ਹੁਣ ਲੋਕੀ ਰੂਮਸ ਤੇ ਆ ਗਏ ਜੀ ਕਿ ਅਸੀਂ ਰੂਮ ਰੈਂਟ ਕਰਨਾ ਜੀ, ਅਸੀਂ 1 ਰੂਮ ਰੈਂਟ ਕਰਨਾ, ਅਸੀਂ 2 ਰੂਮ ਰੈਂਟ ਕਰਨੇ ਜੀ। ਹੁਣ ਰੂਮਸ ਤੋਂ ਗੱਲ ਬੈੱਡਾਂ ਦੇ ਆ ਗਈ ਹੈ ਜੀ। ਹੁਣ ਮੈਂ ਕੱਲ ਮੈਨੂੰ ਕੋਈ ਦੱਸ ਰਿਹਾ ਸੀਗਾ ਜੀ, ਉਹ ਕਹਿ ਰਹੇ ਸੀਗੇ ਕਿ ਹਾਂ ਜੀ ਇਹ ਇਹਨਾਂ ਨੇ ਰੈਂਟ ਤੇ ਲੈਣਾ, ਇਹਨਾਂ ਨੇ 1 ਰੂਮ ਦੇ ਵਿੱਚ 1 ਬੈੱਡ ਲੈਣਾ ਵਾ, ਇਹਨਾਂ ਦੇ ਕੋਲ ਅਲੱਗ ਬੈੱਡ ਹੋਊਗਾ, ਦੂਜੇ ਬੰਦੇ ਕੋਲ ਅਲੱਗ ਬੈੱਡ ਹੋਊਗਾ। ਆਪਣਾ ਲਿਵਿੰਗ ਸਟੈਂਡਰਡ ਕਿਹੜੇ ਪਾਸੇ ਜਾ ਰਿਹਾ ਜੀ? ਆਪਾਂ ਜਿਹੜੀ ਚੀਜ਼ ਜੋ ਰੈਂਟ ਤੇ ਆਪਾਂ ਅੱਜ ਇੱਕ ਬੇਸਮੈਂਟ ਲੈਂਦੇ ਸੀ, ਉਸ ਰੈਂਟ ਤੇ ਅੱਜ ਬੈੱਡ ਦਾ ਰੇਟ ਹੋ ਰਿਹਾ ਜੀ। ਉਹ ਕੀ ਹੋ ਰਿਹਾ ਜੀ? ਉਹਦੇ 'ਚ ਸਰਕਾਰ ਦੀਆਂ ਨੀਤੀਆਂ ਹੀ ਗਲਤ ਪਾਰਟ ਪਲੇ ਕਰ ਰਹੀਆਂ ਨੇ ਜੀ। ਉਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਉਹਦਾ ਇਹ ਜਿਹੜਾ ਨਤੀਜਾ ਵਾ, ਲੋਕਾਂ ਦਾ ਲਿਵਿੰਗ ਸਟੈਂਡਰਡ ਦਿਨੋਂ ਦਿਨ ਥੱਲੇ ਜਾ ਰਿਹਾ। ਔਰ ਦੂਜੀ ਗੱਲ ਇਹ ਕਿ ਜਿਹੜੀਆਂ ਪੇਮੈਂਟਸ ਨੇ ਉਹ ਇੰਨੀਆਂ ਵੱਧ ਰਹੀਆਂ ਨੇ, ਉਹ ਜਿਸ ਅਮਾਊਂਟ ਦੇ ਉੱਤੇ ਇੱਕੋ ਬੇਸਮੈਂਟ ਜਾਂ ਇੱਕ ਕੋਈ ਡੀਸੈਂਟ ਜਗ੍ਹਾ ਲੈਂਦੇ ਸੀ ਰਹਿਣ ਵਾਸਤੇ, ਹੁਣ ਜਿਹੜੇ ਲੋਕੀ ਬਾਹਰੋਂ ਆ ਰਹੇ ਨੇ, ਇਮੀਗ੍ਰੇਸ਼ਨ ਬਿਲਕੁਲ ਬਹੁਤ ਜ਼ਰੂਰੀ ਆ ਇਸ ਕੰਟਰੀ ਦੀ ਇਕਨੋਮੀ ਨੂੰ ਚਲਾਉਣ ਵਾਸਤੇ। ਬਟ ਇਮੀਗ੍ਰੇਸ਼ਨ ਦੇ ਨਾਲ ਨਾਲ ਆਪਾਂ ਲੋਕਾਂ ਨੂੰ ਇਸ ਚੀਜ਼ ਤੇ ਵੀ ਲਿਜਾ ਰਹੇ ਹਾਂ ਕਿ ਉਹਨਾਂ ਨੂੰ ਆਪਾਂ ਪਹਿਲਾਂ ਅਪਾਰਟਮੈਂਟ ਦੀ ਬਜਾਏ ਬੇਸਮੈਂਟ ਤੇ ਆ ਗਏ, ਬੇਸਮੈਂਟ ਤੋਂ ਆਪਾਂ ਰੂਮਸ ਤੇ ਆ ਗਏ, ਰੂਮਸ ਤੋਂ ਆਪਾਂ ਹੁਣ ਬੈੱਡਾਂ ਤੇ ਆ ਗਏ ਆ ਜੀ।
ਮਤਲਬ ਉਹ ਜਿਹੜੀ ਸਿਚੁਏਸ਼ਨ ਆ ਉਹ ਕੋਈ ਸਿਚੁਏਸ਼ਨ ਵਧੀਆ ਨਹੀਂ ਹੈ। ਜੇ ਆਪਾਂ ਇਮੀਗ੍ਰੇਸ਼ਨ ਨੂੰ ਕੰਟੀਨਿਊ ਕਰਨਾ ਚਾਹੁੰਦੇ ਆ, ਆਪਾਂ ਚਾਹੁੰਦੇ ਆ ਕਿ ਇਮੀਗ੍ਰੇਸ਼ਨ ਹੋਵੇ, ਤਾਂ ਆਪਾਂ ਨੂੰ ਇਸ ਚੀਜ਼ ਨੂੰ ਵੀ ਸੁਧਾਰ ਕਰਨਾ ਚਾਹੀਦਾ ਜੀ। ਸਰ ਜਿਵੇਂ ਸੁਧਾਰ ਦੀ ਗੱਲ ਕੀਤੀ ਆ ਤਾਂ ਮੈਂ ਸਰ ਤੁਹਾਨੂੰ ਪੁੱਛਣਾ ਚਾਹੂੰਗੀ ਇਸ ਵਕਤ ਜੋ ਹਾਲਾਤ ਹੈਗੇ ਨੇ ਤਾਂ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ? ਜੇ ਇਸ ਵਕਤ ਘਰ ਖਰੀਦਣ ਦੀ ਗੱਲ ਕੀਤੀ ਜਾਵੇ ਜਾਂ ਘਰ ਵੇਚਣ ਦੀ ਗੱਲ ਕੀਤੀ ਜਾਵੇ, ਇਸ ਵਕਤ ਜੇ ਕਿਹਦੇ ਲਈ ਜ਼ਿਆਦਾ ਇਹ ਮਾਰਕੀਟ ਜਿਹੜੀ ਆ ਥੋੜੀ ਬੈਟਰ ਲੱਗ ਰਹੀ ਹੈ? ਦੇਖੋ ਡੈਫੀਨਿਟਲੀ ਇੰਟਰਸਟਿਡ ਹਾਈ ਨੇ, ਬੈਟਰ ਮਾਰਕੀਟ ਤਾਂ ਬਾਇਰ ਦੇ ਲਈ ਹੈ, ਬਾਇਰ ਦੇ ਲਈ। ਸੈਲਰਸ ਦੇ ਲਈ ਉਨੀ ਬੈਨੀਫੀਸ਼ੀਅਲ ਮਾਰਕੀਟ ਨਹੀਂ ਹੈਗੀ, ਬਟ ਹਾਂ ਕੁਝ ਕੈਸੇ ਦੇ ਚੁਣਿੰਦਾ ਸ਼ੈਲਰ ਜਿਹੜੇ ਹੈਗੇ ਨੇ ਉਹਨਾਂ ਲਈ ਹੈਗੀ ਹੈ, ਜਿਹੜੇ ਬੰਦੇ ਸੈਲ ਕਰਕੇ ਅਪਗ੍ਰੇਡ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਸੇਮ ਮਾਰਕੀਟ 'ਚ ਹੀ ਮਤਲਬ ਆਪਣੀ ਚੇਂਜ ਕਰ ਰਹੇ ਨੇ, ਜੋ ਘੱਟ ਤੇ ਵੇਚ ਰਹੇ ਘੱਟ ਤੇ ਲੈ ਵੀ ਰਹੇ, ਬਟ ਉਹ ਜੇ ਅਪਸਾਈਜ਼ ਕਰ ਰਹੇ, ਜੇ ਕੈਸ਼ ਕਰਨਾ ਚਾਹੁੰਦੇ ਨੇ ਉਹਨਾਂ ਲਈ ਮਾਰਕੀਟ ਬਿਲਕੁਲ ਠੀਕ ਨਹੀਂ ਹੈ। ਬਟ ਅੱਜ ਦੀ ਜਿੱਦਾਂ ਕਹਿ ਦੀ ਕਿ ਜਿੱਦਾਂ ਹੁਣ ਆਪਾਂ ਇੱਕ ਟੌਪਿਕ ਵੀ ਇਦਾਂ ਡੀਪ ਰੱਖਿਆ ਕਿ ਜਿਹੜੀ ਮਾਰਕੀਟ ਆ ਉਹਦੇ ਲਈ ਕੀ ਓਪਰਚੁਨਿਟੀਜ਼ ਕੀ ਨੇ ਬਾਇਰਸ ਦੇ ਲਈ, ਇਹ ਸਭ ਤੋਂ ਕਹਿ ਲਾਂਗੇ ਬੈਸਟ ਓਪਰਚੁਨਿਟੀ ਬਾਇੰਗ ਦੇ ਲਈ ਅੱਜ ਦੀ ਡੇਟ ਦੇ ਵਿੱਚ ਆ ਬਾਇਰਸ ਦੇ ਲਈ। ਡੈਫੀਨਿਟਲੀ ਇੰਟਰਸਟਿਡ ਥੋੜਾ ਨੂੰ ਹਾਇਰ ਪੇ ਕਰਨਾ ਪਊਗਾ, ਬਟ ਅੱਜ ਦੀ ਡੇਟ ਦੇ ਵਿੱਚ ਆਪਸ਼ਨਸ ਬਹੁਤ ਅਵੇਲੇਬਲ ਹੈ ਔਰ ਨੈਗੋਸ਼ੀਏਸ਼ਨ ਕਾਫੀ ਕਰ ਸਕਦੇ ਨੇ, ਔਰ ਪ੍ਰਾਈਸ ਉਹਨਾਂ ਜਿਹੜੀ ਅੱਜ ਮਿਲੇਗੀ ਉਹ ਡਾਊਨ ਦਾ ਰੋਡ ਸਾਲ ਬਾਅਦ ਜਦੋਂ ਇੱਕ ਅੱਧਾ ਇੰਟਰਸਟਿਡ ਜਾਂ ਤਾਂ ਅੱਜ ਮੰਨ ਲਓ ਸਪਟੰਬਰ 'ਚ ਨਿਊਜ਼ ਆ ਜਾਂਦੀ ਹੈ ਕਿ ਅਸੀਂ ਇੰਟਰਸਟਿਡ ਪੌਜ਼ ਕਰ ਰਹੇ ਹਾਂ ਬਟ ਇਹ ਘਟਾ ਨਹੀਂ ਰਹੇ, ਤਾਂ ਵੀ ਮਾਰਕੀਟ 'ਚ ਐਕਟੀਵਿਟੀ ਉਸੇ ਟਾਈਮ ਸਟਾਰਟ ਹੋ ਜਾਏਗੀ ਔਰ ਉਦੋਂ ਫਿਰ ਉਹਨਾਂ ਨੇ ਪ੍ਰਾਈਸ ਨਹੀਂ ਮਿਲੇਗੀ। ਸਰ ਤੁਸੀਂ ਕੀ ਕਹਿਣਾ ਚਾਹੋਗੇ? ਇਹ ਦੇਖੋ ਜਿਸ ਤਰ੍ਹਾਂ ਦੀਪਕ ਨੇ ਗੱਲ ਕੀਤੀ ਹੈ ਜੀ ਕਿ ਮਾਰਕੀਟ ਦੇ ਵਿੱਚ ਇਸ ਟਾਈਮ ਅਪਰਚੂਨਿਟੀਜ਼ ਕਾਫੀ ਨੇ, ਔਰ ਇੱਕ ਚੀਜ਼ ਇਹ ਹੁੰਦੀ ਹੈ, ਇੱਕ ਨਾਰਮਲ ਐਜ ਏ ਹਿਊਮਨ ਆ ਜੀ, ਆਪਾਂ ਐਜ ਏ ਹਿਊਮਨ ਇਹ ਆਪਣੀ ਇੱਕ ਸਾਰਿਆਂ ਦੀ ਇਹ ਨੇਚਰ ਕਹਿ ਲਓ ਜਾਂ ਆਪਣੀ ਟੈਂਡੈਂਸੀ ਹੁੰਦੀ ਹੈ ਕਿ ਜਦੋਂ ਮਾਰਕੀਟ ਉੱਪਰ ਜਾ ਰਹੀ ਹੈ ਆਪਾਂ ਦੇਖਦੇ ਹਾਂ ਕਿ ਪ੍ਰਾਈਸ ਵੱਧ ਰਿਹਾ, ਸਾਰੇ ਜਾਣੇ ਬਾਏ ਕਰਨਾ ਚਾਹੁੰਦੇ ਆ। ਜਦੋਂ ਮਾਰਕੀਟ ਡਾਊਨ ਹੁੰਦੀ ਹੈ ਜਾਂ ਸਟੇਬਲ ਹੁੰਦੀ ਹੈ ਲੋਕਾਂ ਨੂੰ ਥੋੜਾ ਜਿਹਾ ਡਰ ਲੱਗਦਾ, ਉਦੋਂ ਲੋਕੀ ਬਾਏ ਨਹੀਂ ਕਰਨਾ ਚਾਹੁੰਦੇ, ਜਦ ਕਿ ਬਾਏ ਕਰਨ ਵਾਲੀ ਮਾਰਕੀਟ ਉਹੀ ਹੁੰਦੀ ਹੈ ਜੀ। ਅੱਜ ਦੀ ਮਾਰਕੀਟ ਦੇ ਵਿੱਚ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਤਾਂ ਜਿਹੜੀਆਂ ਸੈਲਰਸ ਨੇ, ਕਈ ਸੈਲਰਸ ਕਾਫੀ ਮੋਟੀਵੇਟਡ ਨੇ ਪ੍ਰਾਪਰਟੀ ਦਾ ਪ੍ਰਾਈਸ ਨੈਗੋਸ਼ੀਏਟ ਕਰਨ ਵਾਸਤੇ। ਜਿਹੜੀਆਂ ਇਦਾਂ ਦੀਆਂ ਨੈਗੋਸ਼ੀਏਸ਼ਨਸ ਨੇ ਉਹ ਇਦਾਂ ਦੀ ਮਾਰਕੀਟ 'ਚ ਹੀ ਹੁੰਦੀਆਂ ਨੇ, ਉਹ ਮਤਲਬ ਜਿਵੇਂ ਕਹਿ ਲਓ ਕਿ ਅਪਵਰਡ ਮਾਰਕੀਟ ਦੇ ਵਿੱਚ ਜਾਂ ਨਾਰਮਲ ਮਾਰਕੀਟ ਦੇ ਵਿੱਚ ਨਹੀਂ ਹੁੰਦੀਆਂ। ਦੂਜੀ ਜਿਹੜੀ ਅੱਜ ਦੀ ਰੇਟ ਦੇ ਵਿੱਚ ਤਰਨ ਜੀ ਸਾਨੂੰ ਲੱਗ ਰਿਹਾ ਕਿ ਜਿੱਥੇ ਕਾਫੀ ਕੋਈ ਬਾਇਰ ਬੈਨੀਫਿਟ ਲੈ ਸਕਦੇ ਨੇ, ਹੈ ਥੋੜਾ ਜਿਹਾ ਸੈਡ ਪਾਰਟ ਹੈ, ਪਰ ਚਲੋ ਹੁਣ ਜੋ ਮਾਰਕੀਟ ਹੈ ਉਹਨੂੰ ਆਪਾਂ ਮਤਲਬ ਨਹੀਂ ਚੇਂਜ ਕਰ ਸਕਦੇਗੇ। ਕਾਫੀ ਲੋਕਾਂ ਨੇ ਜਿਹੜੀਆਂ ਪ੍ਰਾਪਰਟੀਜ਼ ਬਾਏ ਕੀਤੀਆਂ ਨੇ ਨਵੀਂ ਕੰਸਟਰਕਸ਼ਨ ਦੇ ਵਿੱਚ ਅੱਜ ਤੋਂ 2-3 ਸਾਲ ਪਹਿਲਾਂ, ਉਹਨਾਂ ਨੇ ਕਾਫੀ ਵਧੀਆ ਪ੍ਰਾਈਸਿਸ ਤੇ ਉਹ ਪ੍ਰਾਪਰਟੀਜ਼ ਬਾਏ ਕੀਤੀਆਂ ਨੇ। ਮਾਰਕੀਟ ਦੇ ਵਿੱਚ ਪ੍ਰਾਈਸ ਅੱਜ ਵੀ ਉਹਨਾਂ ਤੋਂ ਉੱਤੇ ਆ, ਮਤਲਬ ਜਿਸ ਪ੍ਰਾਈਸ ਤੇ ਉਹਨਾਂ ਨੇ ਬਾਏ ਕੀਤੀਆਂ ਨੇ, ਬਟ ਸਮਹਾਉ ਕਿਸੇ ਕਾਰਨ ਕਰਕੇ ਉਹ ਪ੍ਰਾਪਰਟੀ ਨੂੰ ਕਲੋਜ਼ ਨਹੀਂ ਕਰਵਾ ਪਾ ਰਹੇ। ਜਾਂ ਤਾਂ ਉਹਨਾਂ ਦੀ ਫਾਈਨਾਂਸਿੰਗ ਦਾ, ਹੁਣ ਕਿਉਂਕਿ ਜਿਸ ਟਾਈਮ ਤੇ ਉਹਨਾਂ ਨੇ ਬਾਏ ਕੀਤੀਆਂ ਸੀ ਉਦੋਂ ਕੁਆਲੀਫਾਈਂਗ ਕ੍ਰਾਈਟੇਰੀਆ ਹੋਰ ਸੀ, ਅੱਜ ਕੁਆਲੀਫਾਈਂਗ ਦਾ ਰੇਟ ਹੋਰ ਹੋ ਗਿਆ। ਉਦੋਂ ਉਹਨਾਂ ਦੇ ਜਿਹੜੇ ਪ੍ਰਾਇਮਰੀ ਘਰ ਸੀ ਉਹਨਾਂ ਦੀਆਂ ਮੌਰਗੇਜ ਦੀਆਂ ਪੇਮੈਂਟਸ ਇੰਨੀਆਂ ਹਾਈ ਨਹੀਂ ਸੀ, ਅੱਜ ਉਹਨਾਂ ਦੀਆਂ ਪ੍ਰਾਇਮਰੀ ਘਰਾਂ ਦੀਆਂ ਮੌਰਗੇਜ ਦੀਆਂ ਪੇਮੈਂਟਸ ਹਾਈ ਹੋ ਗਈਆਂ। ਪਲੱਸ ਉਦੋਂ ਇਨਫਲੇਸ਼ਨ ਇੰਨਾ ਜ਼ਿਆਦਾ ਨਹੀਂ ਸੀ, ਉਹਨਾਂ ਦੀ ਜਿਹੜੀ ਲਿਵਿੰਗ ਐਕਸਪੈਂਸਿਸ ਸੀ ਉਹ ਘੱਟ ਸੀ। ਹੁਣ ਗਰੋਸਰੀ ਐਵਰੀਥਿੰਗ ਇੰਨੀ ਚੀਜ਼ ਐਕਸਪੈਂਸਿਵ ਹੋ ਗਈ, ਉਹਨਾਂ ਦੀ ਲਿਵਿੰਗ ਕਾਸਟ ਵੀ ਵੱਧ ਗਈ। ਅੱਜ ਉਹਨਾਂ ਨੂੰ ਉਹ ਜਿਹੜੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਉਹਨਾਂ ਨੇ ਬਾਏ ਕੀਤੀਆਂ ਸੀ ਉਹ ਉਹਨਾਂ ਪ੍ਰਾਪਰਟੀਜ਼ ਨੂੰ ਕਲੋਜ਼ ਨਹੀਂ ਕਰਾਉਣਾ ਚਾਹੁੰਦੇਗੇ ਕਿਸੇ ਵੀ ਕਾਰਨ ਕਰਕੇ। ਹੁਣ ਉਹਨਾਂ ਕੋਲ ਚੁਆਇਸ ਕੀ ਆ, ਜੇ ਹੁਣ ਮੰਨ ਲਓ ਉਹ ਕਲੋਜ਼ ਨਹੀਂ ਕਰਾਉਣਾ ਚਾਹੁੰਦੇਗੇ, ਭਾਵੇਂ ਉਹਨਾਂ ਨੇ ਪ੍ਰਾਪਰਟੀ ਵਧੀਆ ਪ੍ਰਾਈਸ ਤੇ ਬਾਏ ਕੀਤੀ ਆ, ਮਾਰਕੀਟ 'ਚ ਅੱਜ ਉਹਦੇ ਨਾਲੋਂ ਪ੍ਰਾਈਸ ਜ਼ਿਆਦਾ, ਪਰ ਬਾਇਰ ਦਾ ਮੋਮੈਂਟਮ ਡਾਊਨ ਆ, ਇਸ ਕਰਕੇ ਬਾਇਰ ਅੱਗੇ ਮੂਵ ਫਾਰਵਰਡ ਨਹੀਂ ਕਰਦਾ ਪ੍ਰਾਪਰਟੀ ਨੂੰ ਬਾਏ ਕਰਨ ਵਾਸਤੇ। ਮੈਨੂੰ ਇਹ ਲੱਗਦਾ ਕਿ ਜਿਹੜੀਆਂ ਇਦਾਂ ਦੀਆਂ ਮਾਰਕੀਟ ਦੇ ਵਿੱਚ ਅੱਜ ਕਾਫੀ ਅਪਰਚੂਨਿਟੀਜ਼ ਨੇ। ਦੇਖੋ ਸੈਲਰ ਤਾਂ ਇਸ ਚੀਜ਼ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਹੋ ਗਿਆ ਵੀ ਚਲੋ ਮੈਂ ਜਿੰਨੇ ਦੀ ਲਈ ਸੀ ਮੇਰਾ ਉਸ ਪ੍ਰਾਈਸ ਤੇ ਹੀ ਪ੍ਰਾਪਰਟੀ ਵਿਕ ਜਵੇ, ਕਿਉਂਕਿ ਮੈਂ ਕਲੋਜ਼ ਨਹੀਂ ਕਰਾ ਸਕਦਾਗਾ, ਮੈਨੂੰ ਮੇਰਾ ਡਿਪੋਜ਼ਿਟ ਵਾਪਸ ਆ ਜਾਊਗਾ, ਮਤਲਬ ਮੈਂ ਇਸ ਮਤਲਬ ਵਿੱਚੋਂ ਬਾਹਰ ਹੋ ਜਾਵਾਂ। ਔਰ ਕਈ ਇਹੋ ਜਿਹੀਆਂ ਵੀ ਮਾਰਕੀਟ ਦੇ ਵਿੱਚ ਆਪਸ਼ਨਸ ਨੇ ਕਿ ਜਿਹੜਾ ਸੈਲਰ ਆ ਉਹ ਆਪਣੇ ਡਿਪੋਜ਼ਿਟ ਤੇ ਵੀ ਕੁਝ ਕੰਪਰੋਮਾਈਜ਼ ਕਰਨ ਨੂੰ ਤਿਆਰ ਆ, ਕਿਉਂਕਿ ਜੇ ਉਹ ਨਹੀਂ ਕਲੋਜ਼ ਕਰਾਉਂਦਾ ਤਾਂ ਬਿਲਡਰ ਨੇ ਡਿਪੋਜ਼ਿਟ ਤਾਂ ਲੈ ਹੀ ਜਾਣਾ ਵਾ, ਔਰ ਬਿਲਡਰ ਉਹਦਾ ਐਡਵਾਂਟੇਜ ਲਊਗਾ ਉਸ ਪ੍ਰਾਪਰਟੀ ਨੂੰ ਮਾਰਕੀਟ ਦੇ ਵਿੱਚ ਹਾਇਰ ਪ੍ਰਾਈਸ ਤੇ ਸੈਲ ਕਰਨ ਵਾਸਤੇ। ਔਰ ਪਲੱਸ ਉਹ ਹੋ ਸਕਦਾ ਕਿਸੇ ਨਾ ਕਿਸੇ ਤੌਰ ਤੇ ਉਹਦੇ ਡੈਮੇਜਸ ਵੀ ਉਸ ਬਾਇਰ ਨੂੰ ਮਤਲਬ ਡੈਮੇਜਸ ਵੀ ਪਾਵੇ ਉਹ। ਸੋ ਉਹ ਜਿਹੜੇ ਸੈਲਰ ਨੇ ਉਹਨਾਂ ਦੇ ਵਿੱਚ ਇਸ ਟਾਈਮ ਕਾਫੀ ਘਬਰਾਹਟ ਆ ਵੀ ਚਲੋ ਆਪਾਂ ਜੇ ਆਪਣਾ ਡਿਪੋਜ਼ਿਟ ਵਾਪਸ ਮਿਲ ਜਵੇ ਤਾਂ ਸਭ ਤੋਂ ਵਧੀਆ ਗੱਲ ਆ, ਔਰ ਜੇ ਸਾਨੂੰ ਡਿਪੋਜ਼ਿਟ ਵਾਪਸ ਵੀ ਨਹੀਂ ਮਿਲਦਾ ਤਾਂ ਆਪਾਂ ਡਿਪੋਜ਼ਿਟ ਦਾ ਕੁਝ ਪਾਰਟ ਆ ਜਿਹੜਾ ਸਾਨੂੰ ਉਹ ਘੱਟੋ ਘੱਟ ਵਾਪਸ ਮਿਲ ਜਵੇ। ਤਾਂ ਮੈਨੂੰ ਇਹ ਲੱਗ ਰਿਹਾ ਕਿ ਮਾਰਕੀਟ ਦੇ ਵਿੱਚ ਜਿਹੜੇ ਬਾਇਰਸ ਨੇ ਉਹ ਇਦਾਂ ਦੀਆਂ ਅਪਰਚੂਨਿਟੀਜ਼ ਕਾਫੀ ਲੈ ਸਕਦੇ ਆ। ਉਹਦੇ ਨਾਲ ਬਾਇਰ ਨੂੰ ਇਹ ਵਧੀਆ ਪ੍ਰਾਈਸ ਮਿਲ ਜਾਏਗਾ, ਸੈਲਰ ਨੂੰ ਇਹ ਆ ਕਿ ਚਲੋ ਐਟਲੀਸਟ ਆਪਣਾ ਪੂਰਾ ਆਪਣੇ ਡਿਪੋਜ਼ਿਟ ਲੂਜ਼ ਕਰਨ ਦੀ ਬਜਾਏ ਜੇ ਉਹਨਾਂ ਨੂੰ ਕੋਈ ਥੋੜਾ ਬਹੁਤ ਪਾਰਸ਼ਲੀ ਲਾਸ ਵੀ ਲੈਣਾ ਪੈਂਦਾ ਵਾ, ਉਹ ਲਾਸ ਲੈ ਕੇ ਆਪਣੇ ਡਿਪੋਜ਼ਿਟ ਨੂੰ ਰਿਕਵਰ ਕਰ ਸਕਦੇ ਆ ਜਿੰਨਾ ਕਿ ਉਹ ਲੈ ਸਕਦੇ ਆ। ਔਰ ਦੂਜੀ ਚੀਜ਼ ਇਹ ਵੀ ਆ ਜੇ ਉਹ ਬਿਲਡਰ ਦੇ ਨਾਲ ਡਿਫਾਲਟ ਤੇ ਜਾਂਦੇ ਆ, ਲੀਗਲ ਕਾਸਟ ਹੋਰ ਵੀ ਤਰ੍ਹਾਂ ਦੇ ਮਸਲੇ ਉਹਨਾਂ ਨੂੰ ਗੋ ਥਰੂ ਹੋਣਾ ਪਏਗਾ, ਉਹ ਸਾਰੀਆਂ ਹੈਡਿਕਸ ਤੋਂ ਵੀ ਜਿਹੜਾ ਉਹ ਬਚ ਸਕਦੇ ਆ। ਇਨਵੈਂਟਰੀ ਦੀ ਸਿਚੁਏਸ਼ਨ ਇਸ ਵਕਤ ਮਾਰਕੀਟ 'ਚ ਕਿੱਦਾਂ ਦੀ ਹੈਗੀ ਆ? ਦੇਖੋ ਇਨਵੈਂਟਰੀ ਜੇ ਆਪਾਂ ਹਿਸਟੋਰੀਕਲੀ ਦੇਖੀ ਤੇ ਅੱਜ ਵੀ ਲੋ ਹੈ,
ਜੇ ਆਪਾਂ ਲਾਸਟ ਈਅਰ ਦੇ ਨਾਲ ਕੰਪੇਅਰ ਕਰੀਏ ਤਾਂ ਉਹਦੇ ਅਕੋਰਡਿੰਗਲੀ ਉਨੀ ਕੀ ਚੱਲ ਰਹੀ ਹੈ, ਕੋਈ 11-1200 ਦਾ ਨੰਬਰ ਬਰੈਂਪਟਨ ਦਾ ਚੱਲ ਰਿਹਾ। ਜੇ ਮਿਸਾਗਾ ਦੀ ਗੱਲ ਕਰੀ ਤਾਂ 6-650 ਹਿਸਟੋਰੀਕਲੀ ਲੋ ਹੀ ਇਨਵੈਂਟਰੀ, ਇਹ ਆਪਣੀ ਜਾ ਰਹੀ ਹੈ ਜੀ। ਐਵਰੇਜ ਇਨਵੈਂਟਰੀ ਨਾਲ ਕਹ ਲਓ 50% ਦੇ ਇਸ ਟਾਈਮ ਮਾਰਕੀਟ 'ਚ ਅੱਜ ਵੀ ਇਨਵੈਂਟਰੀ ਹੈ। ਇਹ ਇਸ਼ੂ ਇਹਨਾਂ ਦਾ ਰਹਿਣਾ ਹੀ ਰਹਿਣਾ ਹਜੇ ਵੀ, ਕਿਉਂਕਿ ਆਲਰੇਡੀ ਬਿਲਡਰ ਦੇ ਜਿਹੜੇ ਪ੍ਰੋਜੈਕਟਸ ਨੇ ਲੋ ਰਾਈਸ ਤਾਂ ਆ ਹੀ ਨਹੀਂ ਰਹੇ ਮਾਰਕੀਟ 'ਚ। ਬਰੈਂਪਟਨ, ਮਿਸਾਗਾ, ਮਿਲਟਨ 'ਚ ਬਹੁਤ ਰੇਅਰ ਪ੍ਰੋਜੈਕਟ ਕੋਈ ਨਿਕਲ ਰਿਹਾ। ਬਿਲਡਰ ਨੇ ਵੀ ਹੋਲਡ ਕਰ ਲੈਣੀ, ਕਿਉਂਕਿ ਪਤਾ ਪ੍ਰਾਈਸ ਅਚੀਵ ਕਰਨਾ ਬੜਾ ਮੁਸ਼ਕਿਲ ਹੈ ਮਾਰਕੀਟ ਦੇ ਅੰਦਰ। ਇਸ ਵੱਲ ਵੀ ਤੁਸੀਂ ਮਾਰਕੀਟ ਦੀ ਸਿਚੁਏਸ਼ਨ ਦੀ ਵੀ ਗੱਲ ਕਰੋ ਤਾਂ ਮੈਂ ਹੁਣੇ ਇੱਕ ਤਾਜ਼ਾ ਰਿਪੋਰਟ ਪੜ੍ਹ ਰਹੀ ਸੀ, ਕਹਿੰਦੇ ਕੈਨੇਡਾ ਦੇ ਵਿੱਚ ਐਵਰੇਜ ਹਾਊਸ ਪ੍ਰਾਈਸ ਦੀ ਗੱਲ ਕੀਤੀ ਜਾਵੇ ਤਾਂ 7,50,000 ਦੇ ਕਰੀਬ ਹੈਗੀ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਇਸ ਵਕਤ ਭਾਵੇਂ ਅਸੀਂ ਕਹਿੰਦੇ ਨੇ ਕਿ ਰੀਅਲ ਏਸਟੇਟ ਮਾਰਕੀਟ ਇਸ ਵਕਤ ਬੁਰੀ ਤਰ੍ਹਾਂ ਹਿੱਟ ਹੋਈ ਹੈ, ਪਰ ਸਟਿਲ ਐਵਰੇਜ ਪ੍ਰਾਈਸ ਪਿਛਲੀ ਵਾਰ ਦੇ ਮੁਕਾਬਲੇ ਕਿਤੇ ਜ਼ਿਆਦਾ ਚੱਲ ਰਹੀ ਆ? ਦੇਖੋ ਇਹ ਜਿਹੜਾ ਪ੍ਰਾਈਸ ਆ ਤਰਨ ਜੀ, ਮੈਂ ਪਹਿਲਾਂ ਵੀ ਕਈ ਵਾਰ ਪ੍ਰੋਗਰਾਮਾਂ 'ਚ ਡਿਸਕਸ ਕਰ ਚੁੱਕਿਆ ਕਿ ਮੈਨੂੰ ਜ਼ਿਆਦਾ ਥੱਲੇ ਜਾਂਦਾ ਨਹੀਂ ਨਜ਼ਰ ਆ ਰਿਹਾਗਾ। ਪ੍ਰਾਈਸ ਕਿਉਂ ਨਹੀਂ ਮੈਨੂੰ ਜਾਂਦਾ ਨਜ਼ਰ ਆ ਰਿਹਾ? ਕਿਤੇ ਨਾ ਕਿਤੇ ਵਿਚਾਰਾ ਕੋਈ ਫਸਿਆ ਹੋਇਆ ਸੈਲਰ, ਕੋਈ ਜਿਵੇਂ ਕਹ ਲਓ ਮਾਤੜ ਬੰਦਾ ਕੋਈ ਹੁੰਦਾ ਵਿਚਾਰਾ, ਮਤਲਬ ਉਹਦੇ ਕੋਲ ਕੋਈ ਆਪਸ਼ਨ ਹੈ ਨਹੀਂ ਜੀ, ਉਹਨੂੰ ਆਪਣੇ ਕ੍ਰਾਈਸਿਸ ਨੂੰ ਨਿਕਲਣ ਦੇ ਲਈ ਉਹ ਮਤਲਬ ਕੰਪਰੋਮਾਈਜ਼ ਕਰ ਜਾਂਦਾ, ਲਾਸ ਜਾਂ ਜੋ ਵੀ ਆ ਉਹ ਮਤਲਬ ਸੈਲ ਕਰ ਜਾਂਦਾ ਵਾ ਲੋਅਰ ਪ੍ਰਾਈਸ ਤੇ। ਪਰ ਜੇ ਆਪਾਂ ਅੱਜ ਵੀ ਗੱਲ ਕਰੀਏ ਜੋ ਲੈਂਡ ਦੀ ਕਾਸਟ ਆ, ਜੇ ਆਪਾਂ ਖਾਸ ਕਰਕੇ GTA ਦੀ ਗੱਲ ਕਰੀਏ, GTA ਦੇ ਬਾਹਰ ਸਾਨੂੰ ਥੋੜਾ ਜਿਹਾ ਜਿਵੇਂ ਕਹ ਲਓ ਕਿ ਕੈਨੇਡਾ ਜਾਂ ਓਨਟਾਰੀਓ ਤੋਂ ਬਾਹਰ ਗੱਲ ਕਰਨੀ ਥੋੜੀ ਜਿਹੀ ਮੁਸ਼ਕਲ ਹੁੰਦੀ ਹੈ, ਕੋਈ ਸਾਡੇ ਕੋਲ ਇੰਨਾ ਸਾਰਾ ਉਹ ਡੇਟਾ ਨਹੀਂ ਹੁੰਦਾਗਾ। ਅੱਜ ਵੀ ਮੇਰੀ ਇੱਕ ਡਿਵੈਲਪਰ ਦੇ ਨਾਲ ਗੱਲ ਹੋ ਰਹੀ ਸੀ ਤਾਂ ਗੱਲ ਚੱਲ ਰਹੀ ਸੀ ਕਿ GTA ਦੇ ਵਿੱਚ ਦੇਖੋ ਜੇ ਅੱਜ ਵੀ ਲੈਂਡ ਵਾਸਤੇ ਕੋਈ ਬਹੁਤੀਆਂ ਆਪਸ਼ਨਸ ਨਹੀਂ ਅਵੇਲੇਬਲ ਹੈ ਜੇ ਤੁਸੀਂ ਲੈਂਡ ਬਾਏ ਕਰਨਾ ਚਾਹੁੰਦੇ ਹੋ। ਤਾਂ ਜੇ ਆਪਾਂ ਅੱਜ GTA ਦੇ ਵਿੱਚ ਗੱਲ ਕਰੀਏ ਤਾਂ ਜੋ ਰੇਟ ਤੇ ਲੈਂਡ ਅੱਜ ਵਿਕ ਰਹੀ ਆ ਔਰ ਜੋ ਉਹਦੀ ਕੰਸਟਰਕਸ਼ਨ ਕਾਸਟ ਆ, ਜਿਸ ਮਾਰਕੀਟ ਤੇ ਰੀਸੇਲ ਪ੍ਰਾਈਸ ਤੇ ਪ੍ਰਾਪਰਟੀ ਮਿਲ ਰਹੀ ਆ, ਉਹਦੀ ਕਾਸਟ ਅੱਜ ਉਹਦੇ ਤੋਂ ਜ਼ਿਆਦਾ। ਹੁਣ ਜੇ ਉਹਦੀ ਕਾਸਟ ਉਹਦੇ ਤੋਂ ਜ਼ਿਆਦਾ ਤਾਂ ਤਰਨ ਜੀ ਮੈਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਵੀ ਕੋਈ ਵੀ ਬਿਜ਼ਨਸਮੈਨ ਆ ਉਹ ਐਡਾ ਨਹੀਂ ਹੈਗਾਗਾ ਕਿ ਉਹ ਆਪਣੀ ਪਾਕਟ ਚੋਂ ਪੈਸੇ ਪਾ ਕੇ ਕੰਮ ਕਰੂਗਾ। ਉਹ ਬਿਲਡਰ ਕਦੇ ਵੀ ਕੋਈ ਇਹੋ ਜਿਹੀ ਚੀਜ਼ ਨਹੀਂ ਕਰੂਗਾ ਜੀ। ਬਿਲਡਰਸ ਦੇ ਪ੍ਰੋਜੈਕਟਸ 'ਚ ਡਿਲੇ ਹੋਣ ਦਾ ਮੇਨ ਰੀਜ਼ਨ ਤੁਹਾਨੂੰ ਕੀ ਲੱਗ ਰਿਹਾ? ਕਿਉਂਕਿ ਜਿਵੇਂ ਆਪਾਂ ਗੱਲ ਕਰੀਏ ਇਸ ਵਕਤ ਕਰਾਊਡਡ ਪੂਰੀ ਹੋ ਰਹੀਆਂ ਨੇ ਸਿਟੀਜ਼, ਇਮੀਗ੍ਰੇਸ਼ਨ ਹਜੇ ਵੀ ਲਗਾਤਾਰ ਆ ਰਹੀ ਆ। ਹਰ ਸਾਲ 5-5 ਲੱਖ ਅਸੀਂ ਇਮੀਗ੍ਰੈਂਟਸ ਬੁਲਾ ਰਹੇ ਹਾਂ ਤਾਂ ਉਹਨਾਂ ਨੇ ਰਹਿਣਾ ਵੀ ਆ। ਅਫੋਰਡੇਬਿਲਿਟੀ ਹੋਵੇ ਨਾ ਹੋਵੇ, ਸਭ ਨੇ ਘਰ ਵੀ ਲੈਣੇ ਆ, ਬੇਸਮੈਂਟਸ ਵੀ ਲੈਣੀਆਂ ਨੇ। ਸੋ ਇਸ ਦੇ ਬਾਵਜੂਦ ਜੇਕਰ ਬਿਲਡਰਸ ਪ੍ਰੋਜੈਕਟ ਨਹੀਂ ਲੈ ਕੇ ਆ ਰਹੇ ਜੇ ਮਾਰਕੀਟ 'ਚ, ਵੱਡਾ ਰੀਜ਼ਨ ਤੁਸੀਂ ਕੀ ਮੰਨਦੇ ਹੋ? ਬਿਲਡਰ ਦੇਖੋ ਜੀ, ਸਭ ਤੋਂ ਬੜਾ ਰੀਜ਼ਨ ਆ ਬਿਲਡਰ ਦਾ ਮਾਰਕੀਟ ਦੀਆਂ ਕੰਡੀਸ਼ਨਸ ਜੀ। ਬਹੁਤ ਜਿਹੜੇ ਬਿਲਡਰਸ ਨੇ ਉਹ ਕੀ ਕਰ ਰਹੇ ਨੇ, ਉਹ ਆਪਣੇ ਪ੍ਰੋਜੈਕਟਸ ਨੂੰ ਉਹਨਾਂ ਨੇ ਸਲੋ ਕਰਤਾ ਜੀ। ਉਹਨਾਂ ਨੇ ਜਿਹੜੇ ਉਹਨਾਂ ਦੇ ਲਾਂਚ ਆ ਜਾਂ ਤਾਂ ਨਹੀਂ ਕੀਤਾ ਤੇ ਜੇ ਕੀਤਾ ਤਾਂ ਉਹਦਾ ਥੋੜਾ ਪਾਰਟ ਕੀਤਾ। ਕੱਲ ਮੇਰੀ ਇੱਕ ਬਿਲਡਰ ਦੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਪ੍ਰਵੀਨ ਅਸੀਂ ਆਪਣਾ ਜਿਹੜਾ ਪ੍ਰੋਜੈਕਟ ਆ, ਕਿਉਂਕਿ ਅਸੀਂ ਉਹਨਾਂ ਦੇ ਨਾਲ ਕੰਮ ਕਰਦੇ ਹਾਂ ਉਸ ਬਿਲਡਰ ਦੇ ਨਾਲ, ਉਹਨਾਂ ਨੇ ਕਿਹਾ ਜੀ ਕਿ ਆਪਾਂ ਸਿਰਫ ਆਪਣੇ ਇੰਨੇ ਹੀ ਯੂਨਿਟ ਰਿਲੀਜ਼ ਕਰਨੇ ਆ ਹਜੇ, ਇਸ ਤੋਂ ਵੱਧ ਨਹੀਂ ਕਰਨੇ। ਕਿਉਂਕਿ ਉਹ ਬਿਲਡਰ ਕੀ ਨੇ, ਉਹ ਚਾਹੁੰਦੇ ਨੇ ਪ੍ਰੋਜੈਕਟ ਨੂੰ ਵੇਚਣਾ, ਐਸੀ ਕੋਈ ਗੱਲ ਨਹੀਂ ਹੈ। ਪਰ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਵੀ ਇਹ ਜਿਹੜੇ ਥੋੜੇ ਯੂਨਿਟ ਆ ਸੀ ਉਹ ਅਸੀਂ ਇਸ ਕਰਕੇ ਰਿਲੀਜ਼ ਕਰਨੇ ਆ ਕਿ ਅਸੀਂ ਇਹਨਾਂ ਨੂੰ ਪ੍ਰੋਫਿਟ ਬਣਾਉਣ ਤੋਂ ਬਿਨਾ ਵੇਚ ਦਾਂਗੇ। ਪਰ ਅਸੀਂ ਪ੍ਰੋਫਿਟ ਬਣਾਉਣ ਤੋਂ ਬਿਨਾ ਸਾਰਾ ਪ੍ਰੋਜੈਕਟ ਨਹੀਂ ਵੇਚ ਸਕਦੇਗੇ। ਮੈਨੂੰ ਕਹਿੰਦੇ ਵੀ ਅਸੀਂ ਇੰਨੇ ਯੂਨਿਟ ਸੈਲ, ਕਿਉਂਕਿ ਮੈਨੂੰ ਉਹਨਾਂ ਨੇ ਪੁੱਛਿਆ ਕਿ ਜੇ ਕਿੰਨੇ ਦਾ ਵੇਚਿਆ ਜਾਵੇ, ਮੈਂ ਉਹਨਾਂ ਨੂੰ ਦੱਸਿਆ ਵੀ ਇਸ ਪ੍ਰਾਈਸ ਤੋਂ ਉੱਤੇ ਅੱਜ ਦੀ ਮਾਰਕੀਟ ਦੇ ਵਿੱਚ ਤੁਹਾਨੂੰ ਘਰ ਵੇਚਣਾ ਔਖਾ ਹੋਏਗਾ। ਕਿਉਂਕਿ ਬਿਲਡਰ ਮਤਲਬ ਮੈਂ ਨਹੀਂ ਕਹਿੰਦਾਗਾ ਕਿ ਸਾਡੇ ਕਹਿਣ ਤੇ ਹੀ ਕੰਮ ਕਰਦੇ ਨੇ, ਪਰ ਉਹ ਜਿਵੇਂ ਕਹ ਲਓ ਸਾਡੇ ਓਪੀਨੀਅਨ ਦੀ ਥੋੜੀ ਬਹੁਤ ਵੈਲਿਊ ਰੱਖਦੀ ਆ। ਉਹ ਮਤਲਬ ਓਪੀਨੀਅਨ ਲੈਂਦੇ ਨੇ ਕਿ ਵੀ ਚਲੋ ਇਹ ਮਾਰਕੀਟ ਦੇ ਵਿੱਚ ਐਕਸਪੀਰੀਅੰਸਡ ਬੰਦੇ ਨੇ, ਇਹਨਾਂ ਦਾ ਓਪੀਨੀਅਨ ਲਿਆ ਜਾਵੇ ਕਿ ਇਹਨਾਂ ਨੇ ਵੇਚਣਾ ਤਾਂ ਕਿੰਨੇ ਦਾ ਪ੍ਰੋਡਕਟ ਵੇਚ ਸਕਣਗੇ। ਮੈਂ ਜੋ ਉਹਨਾਂ ਨੂੰ ਪ੍ਰਾਈਸ ਦੱਸਿਆ, ਉਹ ਕਹਿੰਦੇ ਵੀ ਇਸ ਪ੍ਰਾਈਸ ਤੇ ਅਸੀਂ ਬ੍ਰੇਕ ਈਵਨ ਕਰਦੇ ਹਾਂ, ਇਸ ਪ੍ਰਾਈਸ ਤੇ ਅਸੀਂ ਕੋਈ ਪ੍ਰੋਫਿਟ ਨਹੀਂ ਕਮਾਉਂਦੇਗੇ। ਬਟ ਉਹ ਕਹਿੰਦੇ ਵੀ ਜੇ ਅਸੀਂ ਇਸ ਪ੍ਰਾਈਸ ਤੇ ਵੇਚਣਾ ਤਾਂ ਅਸੀਂ ਸਿਰਫ ਤੇ ਸਿਰਫ 20 ਯੂਨਿਟ ਹੀ ਵੇਚ ਸਕਦੇ ਹਾਂ, 20 ਘਰ ਹੀ ਵੇਚ ਸਕਦੇ ਹਾਂ, ਇਸ ਤੋਂ ਜ਼ਿਆਦਾ ਨਹੀਂ। ਵੀ ਅਸੀਂ ਚਲੋ ਪਹਿਲੇ 20 ਘਰ ਵੇਚ ਦਿਆਂਗੇ ਇਸ ਪ੍ਰਾਈਸ ਤੇ, ਉਸ ਤੋਂ ਬਾਅਦ ਵਾਲੇ ਸਾਨੂੰ ਪ੍ਰੋਫਿਟ ਰੱਖ ਕੇ ਵੇਚਣੇ ਪੈਣੇ ਆ, ਅਦਰਵਾਈਜ਼ ਸਾਨੂੰ ਕੋਈ ਕੰਮ ਕਰਨ ਦਾ ਫਾਇਦਾ ਨਹੀਂ। ਆਪਣੀ ਜਦੋਂ ਡਿਸਕਸ਼ਨ ਹੁੰਦੀ ਹੈ ਨਾ, ਆਪਣੀ ਪਿਛਲੀ ਵਾਰ ਦੀ ਡਿਸਕਸ਼ਨ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਕਿ ਬ੍ਰੈਂਪਟਨ ਦੇ ਜਿਹੜੇ ਸਾਡੇ ਡਿਪਟੀ ਮੇਅਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ ਤੇ ਹਾਊਸਿੰਗ ਮੁੱਦੇ ਉੱਤੇ ਵੀ ਉਸ ਟਾਈਮ ਦੇ ਵਿੱਚ ਚਰਚਾ ਹੋਈ ਸੀ। ਤੇ ਉਸ ਟਾਈਮ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਵੀ ਪਰਮਿਟਸ ਦੀ ਜਦੋਂ ਆਪਣੀ ਗੱਲ ਹੋ ਰਹੀ ਸੀ ਕਿ ਬੇਸਮੈਂਟ ਦੇ ਪਰਮਿਟਸ ਜ਼ਿਆਦਾ ਦਿੱਤੇ ਜਾ ਰਹੇ ਨੇ ਉੱਥੇ, ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਕੁਝ ਲੂਪ ਹੋਲਸ ਹੈਗੇ ਆ ਜਾਂ ਕੁਝ ਕਮੀਆਂ ਹੈਗੀਆਂ ਨੇ ਜਿਨ੍ਹਾਂ 'ਚ ਸੁਧਾਰ ਦੀ ਲੋੜ ਹੈਗੀ ਆ। ਸੋ ਜਦੋਂ ਆਪਾਂ ਰੈੱਡ ਟੇਪ ਦੀ ਗੱਲ ਕਰਦੇ ਹਾਂ, ਕਿਹਦੇ ਹੱਥ ਵਿੱਚ ਹੈਗਾ ਕਿ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਆ, ਜਾਂ ਇਹ ਸਾਰੀ ਜਿਹੜੀ ਇਸ ਵਕਤ ਕ੍ਰਾਈਸਿਸ ਚੱਲਦੀ ਹੈ ਇਹਨੂੰ ਅਸੀਂ ਕੰਟਰੋਲ ਕਰਕੇ ਰੈੱਡ ਟੇਪ ਨੂੰ ਪਿੱਛੇ ਕਰਕੇ ਥੋੜਾ ਜਿਹਾ ਹਾਊਸਿੰਗ ਨੂੰ ਥੋੜਾ ਈਜ਼ੀ ਬਣਾ ਸਕੀਏ? ਇਹਦੇ ਵਿੱਚ ਤਾਂ ਦੇਖੋ ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਜਿਹੜੇ ਸਿਟੀਜ਼ ਨੇ ਉਹ ਮੇਜਰ ਪਾਰਟ ਪਲੇ ਕਰਦੇ ਆ ਜੀ, ਇਹ ਦੋ ਚੀਜ਼ਾਂ ਦੇ ਵਿੱਚ ਤਾਂ ਜੀ। ਬਾਕੀ ਜਿਹੜਾ ਇਨਫਲੇਸ਼ਨ ਵਾਲਾ ਪਾਰਟ ਆ ਉਹਦੇ 'ਚ ਮੈਨੂੰ ਲੱਗ ਰਿਹਾ ਕਿ ਫੈਡਰਲ ਗਵਰਨਮੈਂਟ ਮੇਜਰ ਪਾਰਟ ਪਲੇ ਕਰ ਰਹੀ ਹੈ ਇਸ ਟਾਈਮ ਜੀ। ਸਰ ਆਪਣੇ ਕੋਲ ਕੁਝ ਲਿਸਟਿੰਗਸ ਹੁੰਦੀਆਂ ਨੇ, ਅਸੀਂ ਚਾਹਾਂਗੇ ਕਿ ਜੇਕਰ ਸਾਡੇ ਕੋਈ ਦਰਸ਼ਕ ਇਸ ਵਕਤ ਦੇਖ ਰਹੇ ਨੇ, ਕਿਉਂਕਿ GTA ਦੀ ਗੱਲ ਕੀਤੀ ਜਾਵੇ ਤਾਂ GTA ਦੇ ਵਿੱਚ ਇਸ ਵਕਤ ਬਹੁਤ ਸਾਰੇ ਲੋਕ ਨੇ ਘਰ
ਘਰਾਂ ਦੀ ਭਾਲ ਦੇ ਵਿੱਚ ਹੈਗੇ ਨੇ। ਹਰ ਕੋਈ ਇਹ ਸੋਚ ਰਿਹਾ ਕਿ ਜੇਕਰ ਇਸ ਸਿਚੁਏਸ਼ਨ ਦਾ ਤੁਸੀਂ ਫਾਇਦਾ ਚੱਕਣਾ ਚਾਹੁੰਦੇ ਹੋ, ਕੋਈ ਘਰ ਤੁਹਾਡੀ ਨਜ਼ਰ ਦੇ ਵਿੱਚ ਹੈਗਾ ਆ, ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਵੈਸੇ ਟੀਮ ਅਰੋੜਾ ਨੂੰ ਵੀ ਕੰਟੈਕਟ ਕਰ ਸਕਦੇ ਹੋ, ਕਿਉਂਕਿ ਕਾਫੀ ਆਪਸ਼ਨਸ ਇਹਨਾਂ ਦੇ ਕੋਲ ਵੀ ਹੈਗੇ ਨੇ। ਅਦਰਵਾਈਜ਼ ਉਹਦੇ ਵਿੱਚੋਂ ਕੁਝ ਕੁ ਆਪਸ਼ਨਸ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਸੋ ਜੇਕਰ ਤੁਹਾਡਾ ਇੰਟਰਸਟ ਹੈਗਾ ਇਹਨਾਂ ਦੇ ਨਾਲ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਜੀ ਸਰ, ਅੱਜ ਲਿਸਟਿੰਗਸ ਦੇ ਬਾਰੇ ਗੱਲ ਕਰ ਲਈਏ। ਹਾਂਜੀ ਤਰਨ ਜੀ, ਮੈਂ ਜਿਹੜੀਆਂ ਨੇ ਆਈ ਥਿੰਕ ਦੀਪਕ ਤੁਸੀਂ ਦੱਸੋ ਇਹ ਜਿਹੜੀ ਪ੍ਰਾਪਰਟੀ ਹੋਗਨ ਮੈਨਰ ਵਾਲੀ ਆਪਣੀ। ਪਹਿਲਾਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ, ਸਾਡੇ ਕੋਲ ਇੱਕ ਪ੍ਰਾਪਰਟੀ ਹੈ ਟਾਊਨ ਹਾਊਸ ਪ੍ਰੀਮੀਅਮ ਲਾਟ ਦੇ ਉੱਤੇ, ਜਿਹੜਾ ਕਾਰਨਰ ਯੂਨਿਟ ਹੈ। ਇਹਦਾ ਐਡਰੈਸ ਵੀ ਦੱਸ ਦਿਓ। ਹਾਂਜੀ, 63 ਹੋਗਨ ਮੈਨਰ ਡਰਾਈਵ, ਇਹ ਨਾਰਥ ਵੈਸਟ ਬਰੈਂਪਟਨ ਦੇ ਵਿੱਚ ਵਾਲਨੈਸ ਤੇ ਮਿਸੀਸਾਗਾ ਰੋਡ ਦੇ ਵਿੱਚ ਹੈ। ਇਹ ਸਿਰਫ ਤੇ ਸਿਰਫ 5 ਸਾਲ ਦੇ ਅੰਡਰ ਪ੍ਰਾਪਰਟੀ ਹੈ ਔਰ 2100 ਸਕੁਅਰ ਫੀਟ ਦਾ ਇਹ ਟਾਊਨ ਹਾਊਸ ਹੈ। ਉਹਦੇ ਵਿੱਚ ਤੁਹਾਨੂੰ ਸੈਪਰੇਟ ਲਿਵਿੰਗ, ਸੈਪਰੇਟ ਫੈਮਿਲੀ ਰੂਮ ਮਿਲੇਗਾ ਔਰ 3 ਬੈਡਰੂਮ ਦਾ ਯੂਨਿਟ ਹੈ ਔਰ 4 ਵਾਸ਼ਰੂਮ ਨੇ, ਜੋ ਕਾਫੀ ਰੇਅਰ ਹੁੰਦੇ ਨੇ ਇੱਕ ਟਾਊਨ ਹਾਊਸ ਵਿੱਚ। ਤੁਹਾਨੂੰ 4 ਵਾਸ਼ਰੂਮ ਔਰ ਨਾਲ ਇਹਦੇ ਬੇਸਮੈਂਟ ਵੀ ਤੁਹਾਨੂੰ ਮਿਲੇਗੀ ਅਨਫਿਨਿਸ਼ਡ। ਔਰ ਇਹਦਾ ਗੈਰਾਜ ਕਾਫੀ ਵੱਡਾ ਹੈ ਔਰ ਗੈਰਾਜ ਡਰਾਈਵੇ ਦੇ ਉੱਤੇ ਤੁਹਾਨੂੰ 2 ਕਾਰ ਪਾਰਕਿੰਗ ਮਿਲਦੀ ਹੈ ਔਰ ਅੰਡਰ ਮਿਲੀਅਨ ਅਸੀਂ ਇੱਕ ਟਾਊਨ ਹਾਊਸ ਨਹੀਂ ਲਗਾਇਆ ਮਾਰਕੀਟ ਦੇ ਅੰਦਰ। ਕਾਫੀ ਅਟਰੈਕਟਿਵ ਵੱਡੀ ਗੱਲ ਹੈ ਤਰਨ ਜੀ। ਅੰਡਰ ਮਿਲੀਅਨ ਜਿਹੜਾ ਲੋਕੀ ਕਹਿੰਦੇ ਅੰਡਰ ਮਿਲੀਅਨ, ਉਹ ਵੀ 2100 ਸਕੁਅਰ ਫੀਟ ਦਾ, ਜਿਹੜਾ ਕਾਫੀ ਘੱਟ ਰੇਟ ਤੁਹਾਨੂੰ ਮਿਲਦਾ ਮਾਰਕੀਟ ਦੇ ਵਿੱਚ। ਔਰ ਇਹਦੇ ਜੀ ਦੇਖੋ, ਹੁਣ ਮੈਂ ਸੌਰੀ ਦੀ ਨਹੀਂ ਕੋਈ ਗੱਲ ਨਹੀਂ, ਇਹ ਜਿਹੜਾ ਘਰ ਹੈ ਜੀ, ਇਹਨੂੰ ਜੇ ਅੱਜ ਕੋਈ ਬਿਲਡਰ ਰਿਪਲੇਸ ਕਰਨਾ ਚਾਹਵੇ ਤਰਨ ਜੀ, ਇਸ ਪ੍ਰਾਈਸ ਤੇ ਰਿਪਲੇਸ ਨਹੀਂ ਕਰ ਸਕਦਾ ਜੀ। ਉਹਦੀ ਕਾਸਟ ਇਸ ਤੋਂ ਜ਼ਿਆਦਾ ਆਣੀ ਹੈ ਇਹਨੂੰ ਰਿਪਲੇਸ ਕਰਨ ਦੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਜਿਵੇਂ ਕੋਈ ਬਿਲਡਰ ਪੱਲਿਓਂ ਪੈਸੇ ਬਣਾ ਕੇ ਘਰ ਬਣਾ ਦੂਗਾ ਔਰ ਇਹ ਜਿਹੜੀ ਪ੍ਰੋਬਲਮ ਆਪਣੀ ਖਤਮ ਹੋ ਜਾਊਗੀ? ਇਹ ਪ੍ਰੋਬਲਮ ਖਤਮ ਹੀ ਨਹੀਂ ਹੋ ਸਕਦੀ। ਘਰ ਵੀ ਬਹੁਤ ਖੂਬਸੂਰਤ ਹੈ, ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਸਨਲਾਈਟ ਹੈ, ਸਭ ਕੁਝ ਹੈਗਾ ਹੈ। ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ। ਮੇਰੇ ਦਰਸ਼ਕ ਨਾਲ ਦੀ ਨਾਲ ਜਿਹੜੇ ਆ ਤਸਵੀਰਾਂ ਦੇਖ ਸਕਦੇ ਨੇ ਟੀਵੀ ਸਕਰੀਨ ਦੇ ਉੱਤੇ। ਤੇ ਜੇਕਰ ਤੁਹਾਡਾ ਇੰਟਰਸਟ ਹੈਗਾ ਕੋਈ ਵੀ ਇਹਦੇ ਵਿੱਚੋਂ ਪ੍ਰਾਪਰਟੀ ਬਾਏ ਕਰਨ ਦਾ, ਜਾਂ ਇਸ ਤੋਂ ਇਲਾਵਾ ਨੇੜੇ ਤੇੜੇ ਜੀਟੀਐਚ ਕੋਈ ਪ੍ਰਾਪਰਟੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਜੀ ਇਹ ਤਾਂ ਪਹਿਲੀ ਲਿਸਟਿੰਗ ਸੀ, ਨੈਕਸਟ ਲਿਸਟਿੰਗ ਆਪਣੀ ਕਿਹੜੀ ਹੈ? ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ, ਜਿਹੜੇ ਕੋਈ ਭਾਈ ਭੈਣ ਆਪਣੇ ਡਿਟੈਚ ਘਰ ਦੇਖਣਾ ਚਾਹੁੰਦੇ ਨੇ ਔਰ ਬਿਲਕੁਲ ਨਵਾਂ ਘਰ ਦੇਖਣਾ ਚਾਹੁੰਦੇ ਨੇ, ਸਾਡੇ ਕੋਲ ਇੱਕ ਫਾਈਨੈਂਸ਼ੀਅਲ ਤੇ ਮਿਸਾਗਾ ਰੋਡ ਦੇ ਉੱਤੇ ਘਰ ਹੈ ਔਰ ਗ੍ਰੇਟ ਗਲਫ ਦਾ ਬਿਲਟ ਹੈ, 32 ਮੈਰੀਮੈਕ ਡਰਾਈਵ ਔਰ ਇਹ 2500 ਸਕੁਅਰ ਫੀਟ ਦੇ ਆਲਮੋਸਟ ਕੋਲ ਹੈ ਔਰ ਸਿਰਫ 1 ਸਾਲ ਪੁਰਾਣਾ ਘਰ ਹੈ। ਇਹਦੇ ਵਿੱਚ ਬਿਲਡਰ ਕੋਲੋਂ ਕਾਫੀ ਅਪਗ੍ਰੇਡ ਉਹਨਾਂ ਨੇ ਲਿੱਤੇ ਨੇ ਔਰ ਇਸ ਦੇ ਲਈ ਆਪਣੇ ਕੋਲ ਕੋਈ ਵੀ ਭੈਣ ਭਰਾ ਦੀ ਇਨਕੁਆਇਰੀ ਉਹ ਵੀ ਸਾਡੇ ਨਾਲ ਗੱਲ ਕਰ ਸਕਦਾ। ਪਿਕਚਰਸ ਤੁਸੀਂ ਦੇਖ ਸਕਦੇ ਹੋ। 4 ਬੈਡਰੂਮ ਨੇ ਅਪਸਟੇਅਰਸ ਤੇ 3 ਫੁੱਲ ਵਾਸ਼ਰੂਮ ਨੇ ਤੇ ਚਾਰੋਂ ਬੈਡਰੂਮ ਜਿਹੜੇ ਉਹ ਵਾਸ਼ਰੂਮ ਨਾਲ ਐਕਸੈਸਿਬਲ ਨੇ ਔਰ ਬੇਸਮੈਂਟ ਇਹਦੀ ਅਨਫਿਨਿਸ਼ਡ ਹੈ, ਸੈਪਰੇਟ ਐਂਟਰੈਂਸ ਇਹਦੇ ਨਾਲ ਆਉਂਦੀ ਹੈ। ਜੀ ਸੋ ਤਸਵੀਰਾਂ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਕਿਚਨ ਵੀ ਕਾਫੀ ਵਾਈਡ ਹੈਗੀ ਹੈ ਤੇ ਡਬਲ ਡੋਰ ਮੈਨੂੰ ਲੱਗਦਾ ਗਰਾਜ ਇਹ ਨਜ਼ਰ ਆ ਰਿਹਾ ਵਾ। ਸੋ ਮੇਰੇ ਦਰਸ਼ਕ ਜਿਹੜੇ ਨਾਲ ਦੀ ਨਾਲ ਦੇਖ ਸਕਦੇ ਨੇ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੇ ਕਾਫੀ ਖੂਬਸੂਰਤ ਇਹ ਘਰ ਹੈ। ਸੋ ਇਹਦੀ ਪ੍ਰਾਈਸ ਦੇ ਬਾਰੇ ਵਿੱਚ ਵੀ ਆਪਾਂ ਗੱਲਬਾਤ ਕਰ ਸਕਦੇ। ਓਪਨ ਹਾਊਸ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਤੱਕ ਆਪਣੇ ਓਪਨ ਹਾਊਸ? ਇਹਦਾ ਦੋਨਾਂ ਪ੍ਰਾਪਰਟੀ ਜਿਹੜੀਆਂ ਦੱਸੀਆਂ, ਜਿਹੜਾ ਟਾਊਨ ਹਾਊਸ ਨਾਰਥ ਵੈਸਟ ਬ੍ਰੈਂਪਟਨ ਦੇ ਵਿੱਚ ਆਪਾਂ ਸੈਟਰਡੇ ਨੂੰ ਓਪਨ ਹਾਊਸ ਲਾ ਰਹੇ ਹਾਂ 1:30 to 4 ਤੇ ਮੈਰੀਮੈਕ ਦੀ ਜੇ ਆਪਾਂ ਗੱਲ ਕਰੀਏ, ਮੈਰੀਮੈਕ ਤੇ ਵੀ ਆਪਾਂ ਓਪਨ ਹਾਊਸ ਲਾ ਰਹੇ ਸੈਟਰਡੇ ਨੂੰ 1:30 to 4। ਦੋਨੋਂ ਦਿਨ ਕੋਈ ਵੀ ਕਿਸੇ ਵੀ ਟਾਈਮ ਆ ਸਕਦਾ ਇਹਨਾਂ ਟਾਈਮ ਦੇ ਅੰਦਰ। ਤਰਨ ਜੀ, ਇਹ ਜਿਹੜਾ ਘਰ ਮੈਰੀਮੈਕ ਵਾਲਾ ਦੀਪਕ ਗੱਲ ਕਰ ਰਿਹਾ, ਇਹਦੇ ਬਾਰੇ ਇੱਕ ਗੱਲ ਕਹਿਣੀ ਚਾਹਾਂਗੇ। ਇਹਦੇ ਨਾਲ ਦਾ ਐਗਜ਼ੈਕਟਲੀ ਸੇਮ ਘਰ ਜੀ ਅੱਜ ਤੋਂ ਤਕਰੀਬਨ ਆਈ ਥਿੰਕ 1.5 ਮਹੀਨਾ ਹੋਇਆ, 1.5 ਮਹੀਨਾ ਪਹਿਲਾਂ ਜੀ ਜਿਸ ਪ੍ਰਾਈਸ ਤੇ ਵੇਚਿਆ ਗਿਆ ਜੀ, ਅੱਜ ਇਹ ਘਰ ਉਹਦੇ ਨਾਲ $1,00,000 ਥੱਲੇ ਮਿਲ ਸਕਦਾ ਜੀ। ਕੀ ਬਾਤ ਹੈ। ਹੁਣ ਇਹ ਤੁਸੀਂ ਮਾਰਕੀਟ ਦੇਖ ਲਓ, ਇਹ ਓਪਰਚੁਨਿਟੀ ਗ੍ਰੈਬ ਕਰ ਸਕਦੇ ਹੋ। ਅਸੀਂ ਤਾਂ ਹੀ ਕਿਹਾ ਸੀ ਕਿ ਜੀਟੀਏ ਦੇ ਵਿੱਚ ਘਰ ਖਰੀਦਣ ਦਾ ਕੀ ਇਸ ਵਕਤ ਕਿਫਾਇਤੀ ਸਮਾਂ ਹੈਗਾ, ਤਾਂ ਵਾਕਈ ਹੈਗਾ। ਜਦੋਂ ਆਪਾਂ ਗੱਲ ਕਰਦੇ ਹਾਂ ਰੇਟ ਆਫ ਇੰਟਰਸਟ ਪੇ ਕਰਨ ਦੀ, ਆਪਾਂ ਇਹੀ ਕਹਿੰਦੇ ਹਾਂ ਕਿ ਠੀਕ ਹੈ ਤੁਸੀਂ ਸਾਲ ਲਈ ਰੇਟ ਆਫ ਇੰਟਰਸਟ ਵੱਧ ਪੇ ਕਰ ਸਕਦੇ ਹੋ ਜਾਂ ਹੋਲ ਦੇ ਉੱਤੇ ਪੇ ਕਰ ਸਕਦੇ ਹੋ, ਪਰ ਇੱਕ ਟਾਈਮ ਤੇ ਆ ਕੇ ਰੇਟ ਆਫ ਇੰਟਰਸਟ ਦੇ ਨੀਚੇ ਆਉਣਾ ਹੀ ਆਉਣਾ ਆ। ਪਰ ਉਸ ਟਾਈਮ ਤੱਕ ਤੁਹਾਡੇ ਘਰ ਦੀ ਕੀਮਤ ਵੀ ਉਨੀ ਉੱਪਰ ਤੱਕ ਜਾਣੀ ਵੀ ਸ਼ੁਰੂ ਇਹ ਘਰ ਰਿਪਲੇਸ ਨਹੀਂ ਹੋ ਸਕਦੇ ਜੀ ਇਸ ਪ੍ਰਾਈਸ ਤੇ ਜਿਸ ਪ੍ਰਾਈਸ ਤੇ ਅੱਜ ਦੀ ਡੇਟ 'ਚ ਵਿਕ ਰਹੇ ਨੇ। ਬਿਲਕੁਲ ਜੀ। ਸੋ ਇਸ ਤੋਂ ਬਾਅਦ ਨੈਕਸਟ ਆਪਣੀ ਲਿਸਟ, ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗਾ ਜੀ, ਕੈਰਡਨ 'ਚ ਅਸੀਂ ਇੱਕ ਪ੍ਰਾਪਰਟੀ ਅੱਜ ਹੀ ਲਿਸਟ ਕੀਤੀ ਹੈ। ਇਹ 17 ਬਲੈਕਬੈਰੀ ਵੈਲੀ ਕ੍ਰੈਸੈਂਟ ਦੇ ਉੱਤੇ ਹੈ, ਜਿਹੜਾ ਨਵੀਂ ਸਬ ਡਿਵੀਜ਼ਨ ਆਪਾਂ ਜਦੋਂ ਮੇਫੀਲਡ ਤੋਂ ਜਾਂਦੇ ਆ ਕੈਨੇਡੀ ਰੋਡ ਦੇ ਉੱਤੇ, ਉੱਥੇ ਇੱਕ ਨਵਾਂ ਜਿਹੜਾ ਬਲਾਕ ਬਣਿਆ ਉਹਦੇ ਕੋਲ ਹੀ ਬਿਲਕੁਲ ਇਹ ਉਸੇ ਜੀ ਇੱਕ ਘਰ ਹੈ ਔਰ ਇਹ ਡਿਟੈਚ ਘਰ ਹੈ। ਮੈਂ ਕਹਿਣਾ ਚਾਹਾਂਗਾ ਇਹਦਾ ਜਿਹੜਾ ਐਲੀਵੇਸ਼ਨ ਹੈ ਉਹ ਪ੍ਰੀਮੀਅਮ ਐਲੀਵੇਸ਼ਨ ਹੈ ਸਟੋਨ ਦਾ ਜੀ ਤੇ ਇਹਦੇ ਅੰਦਰ 2750 ਸਕੁਅਰ ਫੀਟ ਦਾ ਇਹ ਘਰ ਹੈ ਔਰ ਇਹ ਚ ਕਾਫੀ ਅਪਗ੍ਰੇਡਡ। ਇਹਦੇ ਵਿੱਚ ਤੁਹਾਨੂੰ 2 ਮਾਸਟਰ ਬੈਡਰੂਮ ਮਿਲਣਗੇ ਜਿਹੜੇ ਕਾਫੀ ਘੱਟ ਰਹੇ ਹੁੰਦੇ ਨੇ, ਜਿਨ੍ਹਾਂ ਚ ਇਨਸਿਊਟ ਵਾਸ਼ਰੂਮ ਨੇ ਦੋਨਾਂ ਦੇ ਵਿੱਚ। ਔਰ ਉਹਦੇ ਵਿੱਚ ਕੀ ਮੇਨ ਲੈਵਲ ਦੀ ਗੱਲ ਕਰੀਏ, ਇਹਦੇ ਵਿੱਚ ਕਿਚਨ ਕਾਫੀ ਅਪਗ੍ਰੇਡਡ ਹੈ, ਟਾਲ ਕੈਬਨਿਟਸ ਨੇ ਔਰ ਆਪਣੇ ਅਪਲਾਈਐਂਸ ਕਾਫੀ ਅਪਗ੍ਰੇਡਡ ਨੇ ਔਰ ਲਿਵਿੰਗ ਫੈਮਿਲੀ ਰੂਮ ਤੇ ਤੁਹਾਨੂੰ ਤਿੰਨੋਂ ਚੀਜ਼ਾਂ ਮੇਨ ਲੈਵਲ ਤੇ ਮਿਲਦੀਆਂ ਨੇ ਔਰ ਉੱਪਰ 4 ਬੈਡਰੂਮ 3 ਵਾਸ਼ਰੂਮ ਔਰ ਸੈਪਰੇਟ ਐਂਟਰੈਂਸ ਦੇ ਨਾਲ ਇਹ ਵੀ ਘਰ ਆਉਂਦਾ। ਇਹਦੇ ਉੱਤੇ ਆਪਾਂ ਦੋਨੋਂ ਦਿਨ ਓਪਨ ਹਾਊਸ ਲਾ ਰਹੇ ਹਾਂ, ਇਸ ਸੈਟਰਡੇ ਤੇ ਸੰਡੇ 1:30 to 4। ਕਿਸੇ ਵੀ ਟਾਈਮ ਤੁਸੀਂ ਆ ਕੇ ਘਰ ਦੇਖ ਕੇ ਵਿਜ਼ਿਟ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਅੱਜ ਦੇ ਟਾਈਮ 'ਚ ਹਰ ਕੋਈ ਇਹ ਦੇਖਦਾ ਵੀ ਪਾਰਕਿੰਗ ਦੀ ਸਪੇਸ ਕਿੰਨੀ ਹੈਗੀ ਹੈ। ਜਿੰਨੇ ਕਿ ਤੁਸੀਂ ਘਰ ਤੇ ਨੂੰ ਹੁਣੇ ਦਿਖਾਇਆ ਹੁਣ ਤੱਕ ਵਧੀਆ ਸਾਰੇ 4 ਕਾਰਾਂ ਜੀ, ਟਾਊਨ ਹਾਊਸ 'ਚ ਵੀ 4 ਕਾਰਾਂ ਲੱਗ ਜਾਣਗੀਆਂ। ਬਿਲਕੁਲ ਜੀ। ਸੋ ਨੈਕਸਟ ਆਪਣੀ ਲਿਸਟਿੰਗ ਦੇ ਵਿੱਚ ਕੀ ਹੈ? ਨੈਕਸਟ ਜਿਹੜੀ ਆਪਣੀ ਪ੍ਰਾਪਰਟੀ ਆ ਤਰਨ ਜੀ ਹੈਗੀ ਆ 12 ਟਾਈਡ ਵਾਟਰ ਜੀ। 12 ਟਾਈਡ ਵਾਟਰ ਇਹ ਜਿਹੜਾ ਆਪਣਾ
ਕਾਟਰਲ ਆਪਣੇ ਕਾਟਰਲ ਤੇ ਮੈਕਵੀਨ ਵਾਲਾ ਏਰੀਆ ਜੀ, ਉੱਥੇ ਆ ਘਰ। ਇਸ ਘਰ ਦੀ ਖਾਸੀਅਤ ਕੀ ਹੈ ਕਿ ਇਹਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਜੀ, ਲੀਗਲ ਬੇਸਮੈਂਟ ਅਪਾਰਟਮੈਂਟ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿੱਦਾਂ ਦੇਖਿਆ ਹੀ ਆ ਕਿ ਅਫੋਰਡੇਬਿਲਟੀ ਵੀ ਇੱਕ ਕਾਫੀ ਚੈਲੰਜ ਆ। ਸੋ ਇਹਦੀ ਜਿਹੜੀ ਲੀਗਲ ਅਪਾਰਟਮੈਂਟ ਆ ਉਹਨਾਂ ਨੇ ਆਪ ਨਹੀਂ ਕਦੇ ਰੈਂਟ ਕੀਤੀ ਗਈ, ਮਤਲਬ ਜਿਹੜੇ ਓਨਰ ਸੀਗੇ, ਤੇ ਹੁਣ ਜਿੱਦਾਂ ਜਿਵੇਂ ਕਹ ਲਓ ਕਿ ਬੇਸਮੈਂਟ ਉਵੇਂ ਦੀ ਉਵੇਂ ਨਵੀਂ ਹੋਈ ਹੈ ਜੀ। ਔਰ ਉੱਪਰ ਇਹ ਜਿਹੜਾ ਘਰ ਆ ਇਹ ਤਕਰੀਬਨ 27-2800 ਸਕੁਅਰ ਫੀਟ ਦਾ ਡੀਟੈਚ ਘਰ ਆ ਜੀ। ਔਰ ਇਹਦੀ ਖਾਸੀਅਤ ਕੀ ਹੈ ਕਿ ਜਿਸ ਪ੍ਰਾਈਸ ਤੇ ਇਹ ਘਰ ਆਪਾਂ ਤਰਨ ਜੀ ਲਾਇਆ, ਇਹਦੇ ਆਲੇ ਦੁਆਲੇ ਇਦੋਂ ਛੋਟੇ ਘਰ ਇਹਦੇ ਨਾਲੋਂ 1.5 ਤੋਂ 2 ਲੱਖ ਉੱਪਰ ਲੱਗੇ ਹੋਏ ਆ ਜੀ। ਸੋ ਅੱਜ ਮੈਂ ਇਹ ਸੋਚਿਆ ਸੀ ਵੀ ਅਸੀਂ ਉਹੀ ਲਿਸਟਿੰਗਸ ਬਾਰੇ ਗੱਲ ਕਰਨੀ ਹੈ ਜਿਹੜੀਆਂ ਮਾਰਕੀਟ ਦੇ ਵਿੱਚ ਬਹੁਤ ਵਧੀਆ ਡੀਲਸ ਨੇ ਜੀ ਇਹ। ਸੋ ਜੇ ਕੋਈ ਵੀ ਆਪਣੇ ਦਰਸ਼ਕ ਜਿਹੜਾ ਕਿ ਇਹ ਪ੍ਰਾਪਰਟੀ ਲੈਣਾ ਚਾਹੁੰਦੇ ਨੇ, ਇੱਕ ਤਾਂ ਬੇਸਮੈਂਟ ਇਹਦੀ ਲੀਗਲ ਬਣੀ ਹੋਈ ਹੈ ਜੀ, ਕੋਈ ਤੁਹਾਨੂੰ ਹੈਡੇਕ ਨਹੀਂ ਹੈ। ਇਹ ਬੇਸਮੈਂਟ ਮੇਰੇ ਕੋਲ ਅੱਜ ਦੀ ਡੇਟ ਦੇ ਵਿੱਚ ਜਿੱਦਾਂ ਇਹਦੀ ਬੇਸਮੈਂਟ ਹੈ ਜੀ, $2500 ਮਿਨੀਮਮ ਰੈਂਟ ਹੈ ਜੀ ਇਹਦਾ। ਕੀ ਬਾਤ ਹੈ। ਹਾਂਜੀ, ਸੋ ਇਹ ਜਿਹੜਾ ਘਰ ਆ ਤਕਰੀਬਨ 27-2800 ਸਕੁਅਰ ਫੀਟ ਹੈ, ਬੇਸਮੈਂਟ ਲੀਗਲ ਬਣੀ ਹੋਈ ਹੈ ਜੀ। ਔਰ ਜਿਵੇਂ ਮੈਂ ਤੁਹਾਨੂੰ ਗੱਲ ਦੱਸਿਆ ਕਿ ਇਹਦਾ ਪ੍ਰਾਈਸ ਆ ਜਿਹੜਾ ਪ੍ਰਾਈਸ ਇਹਦੀਆਂ ਕੰਪੈਟੀਟਿਵ ਜਿਹੜੀਆਂ ਪ੍ਰਾਪਰਟੀਆਂ ਨੇ ਉਹਦੇ ਨਾਲੋਂ ਕਾਫੀ ਥੱਲੇ ਰੱਖਿਆ ਗਿਆ ਜੀ। ਸੋ ਮਤਲਬ ਚੁਣ ਕੇ ਇਸ ਵਾਰੀ ਲਿਸਟਿੰਗਸ ਲਿਆਂਦੀਆਂ ਗਈਆਂ ਨੇ ਤੁਹਾਡੇ ਲਈ ਕਿਫਾਇਤੀ ਆਪਸ਼ਨਸ ਹੈਗੀਆਂ। ਜੇਕਰ ਘਰ ਖਰੀਦਣ ਦੇ ਬਾਰੇ ਵਿੱਚ ਸੋਚ ਰਹੇ ਹੋ ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ। ਓਪਨ ਹਾਊਸ ਵੀ ਲੱਗ ਰਹੇ ਨੇ, ਟੀਮ ਅਰੋੜਾ ਨੂੰ ਕੰਟੈਕਟ ਵੀ ਕਰ ਸਕਦੇ ਹੋ। ਇਸ ਕਿਫਾਇਤੀ ਡੀਲ ਦਾ ਫਾਇਦਾ ਤੁਸੀਂ ਵੀ ਚੁੱਕ ਸਕਦੇ ਹੋ। ਜਿਹੜੀ ਨੈਕਸਟ ਲਿਸਟਿੰਗ ਆ ਤਰਨ ਜੀ, ਇਹ ਆਪਣੀ ਹੈਗੀ ਹੈ ਜੀ 56 ਹੈਂਡਰਿਕਸ। ਹੁਣ ਇਹ ਘਰ ਦੀ ਵੀ ਮੈਂ ਖਾਸੀਅਤ ਦੱਸਦਾ ਜੀ। ਇਹ ਜਿਹੜਾ 56 ਹੈਂਡਰਿਕਸ ਆ ਨਾ ਜੀ, ਇਹ ਜਿਹੜੇ ਨੇਬਰਹੁੱਡ ਦੇ ਵਿੱਚ ਘਰ ਬਣਿਆ ਜੀ ਉਹ ਮੈਚੁਰਡ ਨੇਬਰਹੁੱਡ ਆ ਜੀ ਕਾਫੀ। 56 ਹੈਂਡਰਿਕਸ ਆ ਜਿਹੜਾ ਜੀ। ਔਰ ਇਹ ਜਿਹੜੀ ਪ੍ਰਾਪਰਟੀ ਆ 56 ਹੈਂਡਰਿਕਸ ਵਾਲੀ, ਇਹ ਆਪਣੇ ਇਹਦੀ ਬੇਸਮੈਂਟ 3 ਬੈਡਰੂਮ ਦੀ ਲੀਗਲ ਬੇਸਮੈਂਟ ਅਪਾਰਟਮੈਂਟ ਬਣੀ ਹੋਈ ਹੈ ਜੀ। ਔਰ ਇਹ ਜਿਹੜੀ ਪ੍ਰਾਪਰਟੀ ਆ ਇਹਦੇ ਚ ਥੱਲੇੋਂ $3700 ਰੈਂਟ ਆ ਰਿਹਾ ਜੀ ਇਸ ਪ੍ਰਾਪਰਟੀ। $3700 ਰੈਂਟ। ਹਾਂਜੀ, $3700 ਇਹਦਾ ਰੈਂਟ ਆ ਰਿਹਾ ਵਾ। ਸੋ ਇਸ ਕਰਕੇ ਜੇ ਆਪਣੇ ਕੋਈ ਵੀ ਦਰਸ਼ਕ ਜੇ ਇਹ ਪ੍ਰਾਪਰਟੀ ਚਾਹੁੰਦੇ ਨੇ, ਕਿਉਂਕਿ $3700 ਕਾਫੀ ਵੱਡਾ ਪਾਰਟ ਪਲੇ ਕਰ ਜਾਂਦਾ ਤੁਹਾਡੀ ਮੌਰਗੇਜ ਦੀ ਅਫੋਰਡੇਬਿਲਟੀ ਦੇ ਲਈ। ਔਰ ਇਹ ਜਿਹੜੀ ਪ੍ਰਾਪਰਟੀ ਹੈ ਜੀ, ਜਿਸ ਪ੍ਰਾਈਸ ਤੇ ਅਸੀਂ ਪਹਿਲਾਂ ਲਾਈ ਸੀ ਉਹਦੇ ਨਾਲੋਂ 2 ਲੱਖ ਥੱਲੇ ਡਾਲਰ ਕਰਕੇ ਹੁਣ ਪ੍ਰਾਈਸ ਤੇ ਲਿਆਂਦੀ ਹੈ ਜੀ ਇਹ ਵੀ ਪ੍ਰਾਪਰਟੀ। ਇਹ ਵੀ ਬਹੁਤ ਵਧੀਆ ਡੀਲ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਜੀ। ਬਿਲਕੁਲ। ਸੋ ਮੇਰੇ ਦਰਸ਼ਕ ਜਿਹੜੇ ਨੇ, ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਡੀਲਸ ਦਾ ਜੇ ਤੁਸੀਂ ਫਾਇਦਾ ਚੱਕਣਾ ਚਾਹੁੰਦੇ ਹੋ, ਟੀਮ ਅਰੋੜਾ ਦੇ ਨੀਚੇ ਕੰਟੈਕਟ ਡਿਟੇਲਸ ਆ ਰਹੀਆਂ ਨੇ, ਇਹਨਾਂ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਅੱਜ ਕਾਫੀ ਤੁਸੀਂ ਕਿਫਾਇਤੀ ਡੀਲਸ ਦੇ ਬਾਰੇ ਗੱਲਬਾਤ ਕੀਤੀ ਹੈ, ਮਤਲਬ ਟਾਈਟਲ ਨੂੰ ਪੂਰਾ ਸੁਟੇਬਲ ਸੀ ਸਾਡਾ ਅੱਜ ਦਾ ਪ੍ਰੋਗਰਾਮ। ਸੋ ਸਮਾਂ ਇਜਾਜ਼ਤ ਲੈਣ ਵੱਲ ਅੱਗੇ ਵਧ ਰਿਹਾ। ਬਸ ਇੱਕ ਮੈਂ ਲਾਸਟ ਲਿਸਟਿੰਗ ਬਾਰੇ ਗੱਲ ਕਰਨੀ ਚਾਹਾਂਗਾ ਆਪਣੇ ਤਰਨ ਜੀ। ਇਹ ਹੈਗੀ ਆ 15 ਫੇਅਰਮਾਉਂਟ ਕ੍ਰੈਸੈਂਟ ਜੀ। ਇਹ ਜਿਹੜੀ ਪ੍ਰਾਪਰਟੀ ਆ, ਇਹ ਜਿਹੜੀ ਆ 50 ਫੁੱਟ ਦਾ ਲਾਟ ਆ ਜੀ, ਜਿਹੜੀ 15 ਫੇਅਰਮਾਉਂਟ ਕ੍ਰੈਸੈਂਟ ਆ ਇਹ ਪ੍ਰਾਪਰਟੀ ਚਰਚਵਿਲ ਤੇ ਸਟੀਲ ਦੇ ਏਰੀਆ ਦੇ ਵਿੱਚ ਆ ਜੀ ਇਹ। ਔਰ ਇਹ ਜਿਹੜੀ ਪ੍ਰਾਪਰਟੀ ਆ ਇਹਦੀ ਵੀ ਬੇਸਮੈਂਟ ਬਣੀ ਹੋਈ ਆ। ਇਹ ਪ੍ਰਾਪਰਟੀ ਜਿਸ ਪ੍ਰਾਈਸ ਤੇ ਅਸੀਂ ਪਹਿਲਾਂ ਲਾਈ ਸੀ ਉਹਦੇ ਨਾਲੋਂ $1,00,000 ਇਹ ਵੀ ਥੱਲੇ ਕੀਤੀ ਹੈ ਜੀ। ਔਰ ਇਹ ਵੀ ਜਿਵੇਂ ਕਹਿ ਲਓ ਕਿ 50 ਫੁੱਟ ਦੇ ਲਾਟ ਤੇ ਜੇ ਮੈਂ ਅੱਜ ਗੱਲ ਕਰਾਂ ਤਾਂ ਸ਼ਾਇਦ ਮੇਰੇ ਖਿਆਲ ਦੀਪਕ ਇਹ ਸਭ ਤੋਂ ਲੋਐਸਟ ਪ੍ਰਾਈਸ ਹੋਊਗਾ। ਬਿਲਕੁਲ ਜੀ। 50 ਫੁੱਟ ਦੇ ਲਾਟ ਪੂਰੇ ਨੇਬਰਹੁੱਡ ਤੇ ਤੁਸੀਂ ਬਾਕੀ ਘਰ ਦੇਖੋਗੇ ਕੋਈ 2.6 ਦਾ ਲੱਗਾ, ਕੋਈ 2.2 ਦਾ ਲੱਗਾ, ਔਰ ਸਭ ਤੋਂ ਘੱਟ ਪ੍ਰਾਈਸ ਹੈ, ਲੋਐਸਟ ਪ੍ਰਾਈਸ ਤੇ ਕਰ ਲਾਇਆ ਜੀ। ਮਤਲਬ ਇਹ ਵੀ ਜਿਹੜੀ ਡੀਲ ਆ ਮਾਰਕੀਟ ਦੇ ਵਿੱਚ ਬਹੁਤ ਵਧੀਆ ਡੀਲ ਆ। ਜਿਹੜੀਆਂ ਅੱਜ ਆਪਾਂ ਲਿਸਟਿੰਗਸ ਦਿਖਾਈਆਂ ਨੇ ਤਰਨ ਜੀ, ਇਹ ਸਾਰੀਆਂ ਹੀ ਆਪਣੀਆਂ ਉਹੀ ਨੇ ਕਿ ਜਿਹੜੀਆਂ ਬੈਸਟ ਆਪਸ਼ਨਸ ਹੈ ਅੱਜ ਮਾਰਕੀਟ 'ਚ ਬਾਏ ਕਰਨ ਵਾਲੀਆਂ। ਬਿਲਕੁਲ ਜੀ। ਤੇ ਹੁਣ ਸਮਾਂ ਇੱਕ ਛੋਟੇ ਜਿਹੇ ਬ੍ਰੇਕ ਦਾ ਹੋ ਗਿਆ ਵਾ। ਬ੍ਰੇਕ ਤੋਂ ਬਾਅਦ ਅਸੀਂ ਕੁਝ ਇੱਕ ਵੱਖਰੀ ਸ਼ਖਸੀਅਤ ਨਾਲ ਇਸੇ ਪ੍ਰੋਗਰਾਮ 'ਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਪਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਜ਼ਰੂਰ। ट्रांसिट लेना हुण होर आसान हो गया है। प्रेस्टो तुहानू भुगतान विधि चुनन दी आजादी दी पेशकश करता है जो तुहाडे लई सही है। ते प्रेस्टो दा सब तो नवां संपर्क रहत विकल्प क्रेडिट कार्डां तो इलावा तुसीं हुण अपने डेबिट कार्ड दे नाल टैप कर सकते हो ते तुहानू भुगतान ऑप्शन मुहैया हो रहे ने अते आवाजाही ते सफर करना होर भी बहुत आसान बना रहा है। ਪ੍ਰੈਸਟੋ ਕਾਰ ਦੀ ਤਰ੍ਹਾਂ ਹੀ ਹੁਣ ਤੁਸੀਂ ਗੋ ਟ੍ਰਾਂਜ਼ਿਟ, ਅਪ ਐਕਸਪ੍ਰੈਸ ਅਤੇ ਭਾਗ ਲੈਣ ਵਾਲੀਆਂ ਟ੍ਰਾਂਜ਼ਿਟ ਏਜੰਸੀਆਂ ਤੇ ਪ੍ਰੈਸਟੋ ਡਿਵਾਈਸ ਤੇ ਬਸ ਆਪਣੇ ਡੈਬਿਟ ਕਾਰਡ ਨੂੰ ਟੈਪ ਕਰ ਸਕਦੇ ਹੋ ਤੇ ਕ੍ਰੈਡਿਟ ਕਾਰਡਾਂ ਦੀ ਤਰ੍ਹਾਂ ਤੁਸੀਂ ਆਪਣੇ ਡੈਬਿਟ ਕਾਰਡ ਨੂੰ ਮੋਬਾਈਲ ਵਾਲਟ ਵਿੱਚ ਜੋੜ ਸਕਦੇ ਹੋ ਤੇ ਆਪਣੇ ਫੋਨ ਜਾਂ ਘੜੀ ਦੇ ਨਾਲ ਟੈਪ ਕਰ ਸਕਦੇ ਹੋ। ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਟੈਪ ਕਰਦੇ ਸਮੇਂ ਤੁਸੀਂ ਜੋ ਭੁਗਤਾਨ ਕਰਦੇ ਹੋ ਉਸ ਤੇ ਨਿਰਭਰ ਕਰੇਗਾ ਕਿ ਤੁਸੀਂ ਕਿਸ ਆਵਾਜਾਈ ਪ੍ਰਣਾਲੀ ਤੇ ਯਾਤਰਾ ਕਰ ਰਹੇ ਹੋ। ਗੋ ਟ੍ਰਾਂਜ਼ਿਟ ਅਤੇ ਅਪ ਐਕਸਪ੍ਰੈਸ ਗ੍ਰਾਹਕਾਂ ਤੋਂ ਬਾਲਕ ਪ੍ਰੈਸਟੋ ਕਿਰਾਇਆ ਵਸੂਲਿਆ ਜਾਏਗਾ ਅਤੇ ਤੁਹਾਡੀ ਯਾਤਰਾ ਦੀ ਕੀਮਤ ਤੁਹਾਡੀ ਯਾਤਰਾ ਦੀ ਦੂਰੀ ਉੱਤੇ ਨਿਰਧਾਰਿਤ ਹੋਏਗੀ। ਹੋਰ ਆਵਾਜਾਈ ਪ੍ਰਣਾਲੀਆਂ ਤੇ ਜੋ ਡੈਬਿਟ ਟੈਪਸ ਨੂੰ ਸਵੀਕਾਰ ਕਰਦੇ ਨੇ ਤੁਹਾਡੇ ਤੋਂ ਫਲੈਟ ਕਿਰਾਇਆ ਵਸੂਲਿਆ ਜਾਵੇਗਾ ਜੋ ਕਿ ਨਗਦ ਕਿਰਾਏ ਦੇ ਸਮਾਨ ਹੈ। ਗੋ ਟ੍ਰੇਨ ਦੇ ਗ੍ਰਾਹਕ ਜੋ ਕਿ ਇੱਕੋ ਹੀ 2 ਗੋ ਟ੍ਰੇਨ ਸਟੇਸ਼ਨਸ ਦੇ ਵਿਚਕਾਰ ਲਗਾਤਾਰ ਯਾਤਰਾ ਕਰਦੇ ਨੇ ਉਹ ਆਪਣੀ ਫਿਜ਼ੀਕਲ ਕ੍ਰੈਡਿਟ ਕਾਰਡ, ਫਿਜ਼ੀਕਲ ਡੈਬਿਟ ਕਾਰਡ
ਜਾਂ ਮੋਬਾਈਲ ਵਾਲਟ ਦੇ ਕ੍ਰੈਡਿਟ ਕਾਰਡ ਤੇ ਡਿਫਾਲਟ ਟ੍ਰਿਪ ਦੀ ਸੈਟਿੰਗ ਕਰ ਸਕਦੇ ਨੇ। ਡਿਫਾਲਟ ਟ੍ਰਿਪ ਮੋਬਾਈਲ ਵਾਲਟ ਰਾਹੀਂ ਡੈਬਿਟ ਕਾਰਡ ਦਾ ਇਸਤੇਮਾਲ ਕਰਨ ਵੇਲੇ ਉਪਲਬਧ ਨਹੀਂ ਹੋਏਗੀ। ਜੇਕਰ ਤੁਹਾਡੀ ਯਾਤਰਾ ਤਹਿਤ ਤੁਹਾਨੂੰ ਵੱਖਰੀ ਟ੍ਰਾਂਜ਼ਿਟ ਏਜੰਸੀ ਵਿੱਚ ਸ਼ਿਫਟ ਹੋਣ ਦੀ ਲੋੜ ਹੈ ਤਾਂ ਇਹ ਪਹਿਲਾਂ ਹੀ ਜ਼ਰੂਰ ਚੈੱਕ ਕਰ ਲਿਓ ਕਿ ਉਸ ਟ੍ਰਾਂਜ਼ਿਟ ਕਿਰਾਏ ਲਈ ਕੀ ਉਹ ਪ੍ਰੈਸਟੋ ਡਿਵਾਈਸ ਤੇ ਕ੍ਰੈਡਿਟ ਜਾਂ ਫਿਰ ਡੈਬਿਟ ਟੈਪ ਨੂੰ ਮਨਜ਼ੂਰ ਕਰਦੇ ਨੇ। ਹੁਣ ਕੁਝ ਹਿੱਸਾ ਲੈਣ ਵਾਲੀਆਂ ਟ੍ਰਾਂਜ਼ਿਟ ਏਜੰਸੀਆਂ ਯਾਤਰਾ ਲਈ ਦੋਨੋਂ ਹੀ ਸਾਧਨ ਯਾਨੀ ਕਿ ਡੈਬਿਟ ਅਤੇ ਕ੍ਰੈਡਿਟ ਕਾਰਡਸ ਤੇ ਰਾਹੀਂ ਭੁਗਤਾਨ ਕਰਨ ਨੂੰ ਮਨਜ਼ੂਰੀ ਦਿੰਦੀਆਂ ਨੇ। ਇਸ ਤੋਂ ਇਲਾਵਾ ਇਸ ਸਮੇਂ ਭੁਗਤਾਨ ਸਿਸਟਮ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ prestocard.ca/contactless। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਦੇ ਨਾਲ ਤੇ ਸਾਡੇ ਨਾਲ ਸਾਡੇ ਨਵੇਂ ਮਹਿਮਾਨ ਜੁੜ ਚੁੱਕੇ ਨੇ ਐਡਵੋਕੇਟ ਵਿਕਰਮ ਸ਼ਰਮਾ ਜੀ। ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਸਰ, ਬਹੁਤ-ਬਹੁਤ ਸਵਾਗਤ ਹੈ ਹਮਦਰਦ ਟੀਵੀ 'ਚ। ਔਰ ਹਮਦਰਦ ਦੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੋਗੇ ਸਰ ਦੇ ਬਾਰੇ ਵਿੱਚ? ਹਾਂ ਤਰਨ ਜੀ, ਮੈਂ ਮਤਲਬ ਆਪਣੇ ਸ਼ਰਮਾ ਸਾਹਿਬ ਬਾਰੇ ਦੱਸਣਾ ਚਾਹਾਂਗਾ। ਮਤਲਬ ਇਹ ਐਡਵੋਕੇਟ ਨੇ ਬਾਈ ਪ੍ਰੋਫੈਸ਼ਨ, ਨੋਟਰੀ ਪਬਲਿਕ ਸੀ ਔਰ ਕਿਉਂਕਿ ਮੈਂ ਵੀ ਜਗਰਾਉਂ ਤੋਂ ਆ ਤੇ ਇਹ ਵੀ ਜਗਰਾਉਂ ਤੋਂ ਹੀ ਨੇ ਜੀ। ਅਸੀਂ ਇਹਨਾਂ ਦੇ ਕੋਲ ਕੋਰਟ 'ਚ ਉੱਥੇ ਜਾਂਦੇ ਹੁੰਦੇ ਸੀਗੇ, ਮਤਲਬ ਕੋਈ ਵੀ ਕੰਮ ਹੋਣਾ। ਆਈ ਥਿੰਕ ਮੇਰਾ ਖਿਆਲ ਉਦੋਂ ਜਗਰਾਉਂ ਦੇ ਵਿੱਚ ਸ਼ਾਇਦ ਤੁਸੀਂ ਸਭ ਤੋਂ ਪਹਿਲੇ ਨੋਟਰੀ ਸੀਗੇ ਜੀ ਕੋਰਟ ਦੇ ਵਿੱਚ। ਮੇਰੇ ਤੋਂ ਪਹਿਲਾਂ ਇੱਕ ਨੋਟਰੀ ਸੀ ਮਿਸਟਰ MP ਸਿੰਘ, ਉਹ ਇਨਕਮ ਟੈਕਸ ਦੇ ਵਕੀਲ ਸੀ, ਇਸ ਕਰਕੇ ਉਧਰ ਬਿਜ਼ੀ ਰਹਿੰਦੇ ਸੀ ਤੇ ਕਚਹਿਰੀ 'ਚ ਘੱਟ ਬਹਿੰਦੇ ਸੀ, ਫਿਰ ਮੇਰੀ ਪਪੂਲੈਰਿਟੀ ਜ਼ਿਆਦਾ ਹੋ ਗਈ। ਮਤਲਬ ਕੋਰਟ ਦੇ ਵਿੱਚ ਇਹੀ ਹੁੰਦੇ ਸੀ। ਔਰ ਇਹਨਾਂ ਦੀ ਇੱਕ ਜਿਹੜੀ ਖਾਸੀਅਤ ਆ ਉਹ ਇਹ ਆ ਵੀ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਇਹ ਮੇਰੇ ਨਾਲ ਇੱਥੇ ਬੈਠੇ ਨੇ, ਜਿਹੜਾ ਵੀ ਬੰਦਾ ਇਹਨਾਂ ਕੋਲ ਗਿਆ ਜੀ, ਜੇ ਉਹਦੇ ਕੋਲ ਪੈਸੇ ਨਹੀਂ ਹੈਗੇ ਸੀ, ਜੇ ਮੰਨ ਲਓ ਕੋਈ ਗਰੀਬ ਆਦਮੀ ਸੀ ਜਾਂ ਕੋਈ ਉਹਨੂੰ ਪ੍ਰੋਬਲਮ ਸੀ, ਇਹਨਾਂ ਨੇ ਮਤਲਬ ਉਹਦਾ ਫ੍ਰੀ ਵੀ ਕੰਮ ਕੀਤਾ ਜੀ, ਫ੍ਰੀ ਵੀ ਅਟੈਸਟੇਸ਼ਨ, ਕੋਈ ਵੀ ਕੰਮ ਹੋਵੇ ਸੀ, ਜਿਹੜਾ ਵੀ ਇਹਨਾਂ ਦੇ ਕੋਲ ਗਿਆ ਨਾ ਜੀ, ਇਹਨਾਂ ਨੇ ਕਦੇ ਇਹ ਨਹੀਂ ਸੀ ਕਿ ਵੀ ਇਹਦੇ ਕੋਲ ਪੈਸੇ ਹੈ ਨਹੀਂ ਤਾਂ ਮੈਂ ਤੇਰਾ ਕੰਮ ਨਹੀਂ ਕਰਨਾ, ਤੂੰ ਵਾਪਸ ਚਲੇ ਜਾ। ਔਰ ਮਤਲਬ ਉਸ ਕਰਕੇ ਇਹ ਜਿਵੇਂ ਕਹ ਲਓ ਕਿ ਬਹੁਤ ਜ਼ਿਆਦਾ ਰਿਸਪੈਕਟ ਸੀ ਇਹਨਾਂ ਦੀ ਉੱਥੇ ਕੋਰਟ ਦੇ ਵਿੱਚ। ਸਾਰੇ ਮਤਲਬ ਜਿਵੇਂ ਕਹ ਲਓ ਸ਼ਹਿਰ ਦੇ ਵਿੱਚ ਲੋਕ ਜਾਣਦੇ ਸੀ। ਜਗਰਾਉਂ ਕਿਉਂਕਿ ਇੱਕ ਛੋਟਾ ਜਿਹਾ ਕਸਬਾ, ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ, ਸੋ ਉੱਥੇ। ਔਰ ਇਹਨਾਂ ਦੀ ਜਿਹੜੀ ਫੈਮਿਲੀ ਆ, ਇਹਨਾਂ ਦੇ ਬ੍ਰਦਰ ਡਾਕਟਰ ਨੇ, ਇਹਨਾਂ ਦੇ ਫਾਦਰ ਸਾਹਿਬ ਬਹੁਤ ਮਤਲਬ ਪੋਲੀਟੀਕਲੀ ਕਨੈਕਟਡ ਸੀਗੇ, ਉਹ ਵੀ ਕਾਫੀ ਲਰਨਰ ਸੀ, ਲਰਨਰ ਬਹੁਤ, ਹਾਂਜੀ ਵਿਦਵਾਨ, ਤੇ ਉਹ ਵੀ ਪੋਲੀਟੀਕਲੀ ਕਨੈਕਟਡ ਸੀਗੇ। ਮਤਲਬ ਜਿਵੇਂ ਕਹ ਲਓ ਕਿ ਬਹੁਤ ਵਧੀਆ ਇਹਨਾਂ ਦੀ ਰੈਪੂਟੇਸ਼ਨ ਸੀ। ਔਰ ਇਹਨਾਂ ਦਾ ਬੇਟਾ ਵੀ, ਉਹ ਵੀ ਲਾਇਰ ਆ, ਉਹ ਅੱਜ ਕੱਲ ਇੱਥੇ ਹੀ ਆ, ਮਤਲਬ ਕੈਨੇਡਾ ਦੇ ਵਿੱਚ ਆ, ਕੈਂਬਰਿਜ ਦੇ ਵਿੱਚ ਆਪਣੀ ਪ੍ਰੈਕਟਿਸ ਕਰ ਰਿਹਾ ਜੀ। ਮਤਲਬ ਸਾਰੀ ਫੈਮਿਲੀ ਜਿਵੇਂ ਕਹਿ ਲਓ ਕਿ ਡਾਕਟਰ ਪ੍ਰੋਫੈਸ਼ਨਲ ਤਾਂ ਹੈਗੇ ਨੇ, ਪਰ ਪ੍ਰੋਫੈਸ਼ਨਲ ਦੇ ਨਾਲ ਨਾਲ ਮਤਲਬ ਇਹਨਾਂ ਦੀ ਫੈਮਿਲੀ ਦੇ ਵਿੱਚ ਉਹੀ ਖਾਸੀਅਤ ਹੈ। ਇਹਨਾਂ ਦੇ ਬੇਟੇ ਨੂੰ ਵੀ ਜੇ ਇਹਨੂੰ ਕਹਿ ਦਈਏ ਨਾ ਕਿ ਵਿਸ਼ਾਲ ਆ ਇਹਨਾਂ ਤੋਂ ਫੀਸ ਘੱਟ ਲੈ ਲਓ, ਇਹ ਬੰਦੇ ਠੀਕ ਠਾਕ ਨੇ, ਉਹਨੇ ਕਹਿਣਾ ਭਾਜੀ ਕੋਈ ਗੱਲ ਨਹੀਂ, ਠੀਕ ਆ ਭੇਜ ਦਿਓ, ਮੈਂ ਕੋਈ ਗੱਲ ਨਹੀਂ, ਜਿੱਦਾਂ ਕਹੋਗੇ ਉਵੇਂ ਕਰ ਲਾਂਗੇ। ਕੀ ਬਾਤ ਹੈ ਸਰ। ਥੋੜਾ ਜਿਹਾ ਮੈਂ ਜ਼ਰੂਰ ਜਾਣਨਾ ਚਾਹੂੰਗੀ, ਕਹਿੰਦੇ ਐਡਵੋਕੇਟ ਹੁੰਦੇ ਨੇ ਥੋੜਾ ਜਿਹਾ ਪੈਸੇ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਹੁੰਦਾ, ਪਰ ਤੁਹਾਡਾ ਧਿਆਨ, ਮੈਂ ਤੁਹਾਨੂੰ ਪੁੱਛਿਆ ਕਿ ਮੈਂ ਤੁਹਾਨੂੰ ਕੀ ਸਵਾਲ ਪੁੱਛ ਸਕਦੀ ਹਾਂ, ਤੁਸੀਂ ਕਿਹਾ ਮੈਂ ਧਾਰਮਿਕ ਥੋੜਾ ਜ਼ਿਆਦਾ ਰੁਚੀ ਰੱਖਦਾ। ਇਹ ਐਡਵੋਕੇਟ ਪ੍ਰੋਫੈਸ਼ਨ ਤੇ ਰੁਚੀ ਧਾਰਮਿਕ ਕਿੱਦਾਂ ਹੁੰਦੀ? ਨਹੀਂ, ਉਹ ਹੈ ਨਾ ਸਾਡੀ ਫੈਮਿਲੀ ਬ੍ਰਾਹਮਣਾਂ ਦੀ ਫੈਮਿਲੀ ਹੈ। ਮੇਰੇ ਪਿਤਾ ਜੀ ਇਹਨਾਂ ਨੇ ਕਹਿੰਦੇ ਪੋਲੀਟੀਕਲ ਲਿੰਕ ਸੀ, ਨਹੀਂ ਉਹ ਸਮਾਜਿਕ ਸੀਗੇ। ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਬਣਿਆ ਤੇ ਉਦੋਂ ਉਹਨਾਂ ਨੇ ਕਿਹਾ ਵੀ ਮੈਂ ਕੋਈ ਧਾਰਮਿਕ ਸਟੇਜ ਤੇ ਨਹੀਂ ਬੋਲਦਾ, ਮੈਂ ਪੋਲੀਟੀਕਲੀ ਨਹੀਂ ਬੋਲਦਾ, ਪਰ ਸਾਡੇ ਸਿਤਾਰਿਆਂ ਦੀ ਵਿਦਿਆ ਕਹਿੰਦੀ ਹੈ ਵੀ ਤੂੰ ਮੁੱਖ ਮੰਤਰੀ ਬਣੇਗਾ। ਬੇਅੰਤ ਸਿੰਘ ਗਿਆਨੀ ਜੈਲ ਸਿੰਘ ਕਿਹਾ ਤੂੰ ਰਾਸ਼ਟਰਪਤੀ ਬਣੇਗਾ। ਉਹ ਪ੍ਰੈਡਿਕਸ਼ਨ ਕਰਦੇ ਸੀ ਕਿਉਂਕਿ ਵਿਦਿਆ ਸੀ, ਪੁਰਾਣੇ ਬ੍ਰਾਹਮਣ ਸੀ, ਸੰਸਕ੍ਰਿਤ ਦੇ ਸਕਾਲਰ ਸੀ, ਉਹਨਾਂ ਨੂੰ ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਨਾਲ ਅਵਾਰਡ ਨਾਲ ਨਵਾਜਿਆ ਗਿਆ। ਲੱਖਾਂ ਰੁਪਏ ਇਨਾਮ ਮਿਲੇ। ਅਸੀਂ ਉਹ ਲੱਖਾਂ ਰੁਪਏ ਜਮ੍ਹਾਂ ਕਰਾ ਕੇ ਉਹਦੇ ਵਿਆਜ ਨਾਲ ਦਾਨ ਪੁੰਨ ਕਰਦੇ ਹਾਂ। ਅਸੀਂ ਬਾਣੀਆਂ ਟਾਈਪ ਬ੍ਰਾਹਮਣ ਹੈ। ਬ੍ਰਾਹਮਣ ਜਿਹੜਾ ਵੈਸੇ ਪੈਸੇ ਦਾ ਸੰਤੋਸ਼ੀ ਹੁੰਦਾ, ਬ੍ਰਾਹਮਣ ਨੂੰ ਪੈਸੇ ਦੀ ਭੁੱਖ ਨਹੀਂ ਹੁੰਦੀ, ਪਰ ਕਿਉਂਕਿ ਹੁਣ ਵਪਾਰ ਬਦਲ ਗਏ, ਸਮਾਜ ਬਦਲ ਗਿਆ, ਲੋੜਾਂ ਬਦਲ ਗਈਆਂ। ਪਰ ਮੇਰਾ ਕਸੂਲ ਹੈ, ਮੈਂ ਬਿਜਲੀ ਬੋਰਡ 'ਚ ਮੁਲਾਜ਼ਮ ਵੀ ਰਿਹਾ। ਪ੍ਰਵੀਨ ਜੀ ਪਹਿਲਾਂ ਬਿਜਲੀ ਬੋਰਡ ਅਫਸਰ ਹੁੰਦੇ ਸੀ ਸਾਡੇ ਟਾਈਮ ਤੋਂ ਬਾਅਦ, ਤੇ ਮੈਂ ਬਿਜਲੀ ਬੋਰਡ ਦਾ ਕਿਸੇ ਪੈਸਾ ਨਹੀਂ ਲਿੱਤਾ ਕਿਉਂ ਉੱਥੋਂ ਮੈਂ ਨੂਨ ਖਾਦਾ ਸੀ। ਵਿਧਵਾ ਤੋਂ ਮੈਂ ਪੈਸੇ ਨਹੀਂ ਲੈਂਦਾ, ਅੰਗਹੀਨ ਤੋਂ ਪੈਸੇ ਨਹੀਂ ਲੈਂਦਾ, ਪਰ ਫਿਰ ਵੀ ਕੰਮ ਇੰਨਾ ਵੀ ਜੇ ਬੰਦਾ 100 ਆ ਗਿਆ 10 ਦਾ ਮੁਫਤ ਕਰਤਾ, 90 ਤਾਂ ਪੈਸੇ ਦੇ ਕੇ ਜਾਣਗੇ। ਠੀਕ ਹੈ, ਜਿੰਨੇ ਦੇ ਜਾਂ ਠੀਕ ਹੈ, ਕੋਈ ਐਸੀ ਗੱਲ ਨਹੀਂ, ਪਰ ਕੰਮ ਕਰਨਾ ਸਿੰਸੀਅਰ ਤੇ ਵਧੀਆ ਮਿਹਨਤ ਨਾਲ ਤੇ ਡਿਊਟੀਫੁਲ, ਕਿਉਂਕਿ ਡਿਊਟੀ ਦੀ ਮੈਨੂੰ ਆਦਤ ਬਿਜਲੀ ਬੋਰਡ 'ਚ ਪੈ ਗਈ ਸੀ। ਮੈਂ ਲਗਾਤਾਰ ਬਹਿਨਾ ਤੇ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਮੇਰਾ ਦਫ਼ਤਰ ਖੁੱਲ੍ਹਾ ਹੈ। ਉਦੋਂ ਬਾਅਦ ਵੀ ਜੇ ਕੋਈ ਆ ਜਾਏ ਘਰੇ ਤਾਂ ਮੇਰੀ ਮੋਹਰ ਤਿਆਰ ਹੀ ਰਹਿੰਦੀ ਹੈ, ਕਿਉਂਕਿ ਨੋਟਰੀ ਪਬਲਿਕ ਦਾ ਮਤਲਬ ਇਹ ਹੈ
ਇੱਕ ਤਾਂ ਪਬਲਿਕ ਦੇ ਵਾਸਤੇ ਹਾਜ਼ਰ ਵੇ, ਇੱਕ ਪਬਲਿਕ ਤੋਂ ਨੋਟ ਇਕੱਠੇ ਕਰੇ। ਦੋਨੇ ਚੀਜ਼ਾਂ ਦੋਨੇ ਮੇਰੀ ਆਪਣੀ ਡੈਫੀਨੇਸ਼ਨ ਹੈ। ਕੀ ਬਾਤ ਹੈ, ਡੈਫੀਨੇਸ਼ਨ ਅੱਜ ਦੇ ਜ਼ਮਾਨੇ ਨੂੰ ਜ਼ਰੂਰੀ ਹੈ। ਸਰ ਜਿਵੇਂ ਤੁਸੀਂ ਗੱਲ ਕੀਤੀ ਆ, ਤੁਸੀਂ ਵਿੱਚ ਐਥਿਕਸ ਵੀ, ਆਪਦੇ ਧਰਮ ਦੇ ਐਥਿਕਸ ਵੀ ਜ਼ਰੂਰ ਚੱਲਦੇ ਆ ਤੁਹਾਡੇ, ਕਿ ਤੁਸੀਂ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਨਹੀਂ ਕਰ ਸਕਦੇ, ਤੁਸੀਂ ਵਿਧਵਾ ਦੀ ਗੱਲ ਕੀਤੀ ਹੈ, ਤੁਸੀਂ ਹੈਂਡੀਕੈਪਸ ਦੀ ਗੱਲ ਕੀਤੀ ਆ, ਪਰ ਅੱਜ ਦੇ ਥੋੜਾ ਜਿਹਾ ਲੋਕ ਜਾਂ ਅੱਜ ਦੀ ਜਨਰੇਸ਼ਨ ਐਥਿਕਸ ਨੂੰ ਭੁੱਲਦੀ ਹੋਈ ਨਜ਼ਰ ਨਹੀਂ ਆ ਰਹੀ। ਤੁਹਾਨੂੰ ਇਹਦੇ ਬਾਰੇ ਕੀ ਲੱਗ ਰਿਹਾ? ਉਹ ਸਮਾਜ ਦਾ ਰੰਗ ਰੂਪ ਬਦਲ ਗਿਆ, ਲੋਕਾਂ ਦੀ ਸੋਚ ਬਦਲ ਗਈ। ਲੋਕੀ ਜਿਹੜੇ ਅੱਗੇ ਸੀ ਚਾਰ ਪੜੋਸੀਆਂ ਨਾਲ ਅਸੀਂ ਗੱਲਬਾਤ ਕਰਦੇ ਸੀ, ਪੜੋਸ ਪਿਆਰ ਸੀ, ਹੁਣ ਇੱਕ ਘਰ 'ਚ ਚਾਰ ਪੜੋਸੀ ਰਹਿੰਦੇ ਆ, ਸਭ ਆਪਣੇ ਆਪਣੇ ਮੋਬਾਈਲ ਤੇ ਬਿਜ਼ੀ ਹੈ। ਉਹ ਗੱਲਾਂ ਸੰਸਕਾਰ ਰਹੇ ਹੀ ਨਹੀਂ, ਉਹ ਹਾਲਾਤ ਰਹੇ ਹੀ ਨਹੀਂ। ਮੈਨੂੰ ਤਾਂ ਕੈਨੇਡਾ ਆ ਕੇ ਦੇਖਿਆ ਇੱਥੇ ਪਿਆਰ ਜ਼ਿਆਦਾ ਹੈ। ਸਾਡੇ ਪੰਜਾਬ 'ਚ ਮੈਨੂੰ ਕਹਿੰਦੇ SSP ਸਾਹਿਬ ਵੀ ਆਪਾਂ ਯੂਥ ਦੀ ਰੱਖਿਆ ਕਰਨੀ ਹੈ। ਮੈਂ ਕਿਹਾ ਯੂਥ ਉੱਤੇ ਹੈ ਕਿਹੜਾ, ਯੂਥ ਤਾਂ ਬਾਹਰ ਨਿਕਲ ਗਿਆ, ਇਹ ਤਾਂ ਝੂਠ ਰਹਿ ਗਈ। ਬੁਰਾ ਹਾਲ ਹੈ, ਲੋਕ ਨਸ਼ਿਆਂ 'ਚ ਲੱਗੇ ਹੈ, ਕੋਈ ਮਾਂ ਪਿਓ ਦਾ ਕਹਿਣਾ ਨਹੀਂ ਮੰਨਦਾ, ਘਰ ਦਾ ਸਮਾਨ ਵੇਚੀ ਜਾਂਦੇ ਆ, ਰੋਜ਼ ਬੰਦੇ ਮਰ ਰਹੇ। ਪਤਾ ਨਹੀਂ ਸਿਸਟਮ ਕੀ ਹੈ, ਨਸ਼ਾ ਕੌਣ ਵੇਚਦਾ, ਕੌਣ ਵਿਕਾਉਂਦਾ ਹੈ, ਤੇ ਸਰਕਾਰ ਨੂੰ ਨੱਥ ਪਾਣੀ ਚਾਹੀਦੀ ਹੈ। ਉਹ ਕਹਿੰਦੇ ਨਹੀਂ ਬਦਲਾਵ ਨਹੀਂ ਆਇਆ ਹੈਗਾ ਅਜੇ ਤੱਕ। ਅਸੀਂ ਤਾਂ ਸੋਚਦੇ ਸੀ ਕਿ ਨਹੀਂ ਪੰਜਾਬ 'ਚ ਨਵੀਂ ਸਰਕਾਰ ਦਾ ਬਦਲਾਵ ਆਇਆ ਨਹੀਂ, ਹੋਣਾ। ਕੋਈ ਬਦਲਾਵ ਨਹੀਂ ਆਇਆ। ਅੱਗੇ ਨੂੰ ਕਰਪਸ਼ਨ ਵਧੀ ਹੈ। ਮੇਰੀ ਸਮਝ, ਮੈਂ ਕਚਹਿਰੀ 'ਚ ਬੈਠਾ, ਮੈਂ ਤਾਂ ਬਦਲਾਅ ਇਹ ਦੇਖਿਆ ਵੀ ਅੱਗੇ ਰੇਟ ਹਾਈ ਹੋ ਗਏ ਕਰਪਸ਼ਨ ਦੇ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਹੁਤ ਇਮਾਨਦਾਰ ਨੇ, ਬੜੀ ਅੱਛੀ ਸ਼ਖਸੀਅਤ ਹੈ, ਪਰ ਇਹਨਾਂ ਦੀ ਟੀਮ ਹੈ, MLA ਕੋਈ ਕੋਠੀਆਂ ਦੱਬ ਰਿਹਾ, ਬੁਰਾ ਹਾਲ ਹੈ। ਜੁਰਾਉਂ ਦੇ MLA ਬਾਰੇ ਆਇਆ ਤੇ ਪਤਾ ਨਹੀਂ ਉਹਦਾ ਕੀ ਰਿਜ਼ਲਟ ਨਿਕਲੂਗਾ। ਹੋਰ ਵੀ MLA ਬਾਰੇ ਆਉਂਦਾ, ਸੁਣਦੇ ਆ ਲੋਕਾਂ ਤੋਂ ਗੱਲਾਂ, ਪਰ ਸਵਾਲ ਹੈ ਵੀ ਉਹ ਬਦਲਾਅ ਨਹੀਂ ਆਇਆ। ਲੋਕੀ ਔਖੇ ਨੇ। ਸਿਰਫ ਇੱਕ ਚੀਜ਼ ਆ ਜਿਹਦੇ ਕਰਕੇ ਲੋਕੀ ਉਹ ਛੱਡ ਕੇ ਇੱਥੇ ਆਉਂਦੇ ਨੇ, ਤੇ ਉਹ ਹੈ ਸਿਸਟਮ। ਜਿਸ ਸਿਸਟਮ 'ਚ ਸੁਧਾਰ ਹੋ ਜੇ, ਕਹਿੰਦੇ ਕਿ ਅੱਜ ਵੀ ਭਾਰਤ ਵਰਗਾ ਮੁਲਕ ਕੋਈ ਨਹੀਂ ਹੈਗਾ। ਤੁਸੀਂ ਤਾਂ ਸਿਸਟਮ 'ਚ ਰਹਿੰਦੇ ਹੋ, ਤੁਸੀਂ ਕੀ ਉਹਦੇ ਵਿੱਚ ਦੇਖਦੇ ਹੋ? ਮੈਂ ਤਾਂ ਦੇਖੋ ਸਿਸਟਮ ਦੇ ਉਸਤਾਦੀ ਹੋ ਗਏ ਕਿਉਂਕਿ ਮੇਰੀ ਉਮਰ 72 ਸਾਲ ਹੈ। ਮੈਂ ਪਹਿਲੇ ਵਾਰੀ ਕੈਨੇਡਾ ਆਇਆ, ਇੱਥੇ ਬੰਦੇ ਬਹੁਤ ਭੇਜੇ, ਪਿਆਰੇ ਪਿਆਰੇ ਬੰਦੇ, ਬੜੇ ਤਲਕ ਨੇ ਇੱਥੇ। ਬਰੈਂਪਟਨ ਸਾਰਾ ਭਰਿਆ ਪਿਆ, ਬਣੇ ਸਰੀ ਦੇ ਵਿੱਚ ਮੇਰੇ ਮਿੱਤਰ ਨੇ, ਵੈਨਕੂਵਰ 'ਚ ਨੇ, ਜਿਹੜੇ ਹਰ ਇੱਕ ਸੂਬੇ 'ਚ ਨਾਂ ਚੱਲਦਾ। ਤੇ ਮੈਂ ਬੱਚੇ ਨੂੰ ਕਿਹਾ ਸੀ, ਮੈਂ ਬੇਟਾ ਜੇ ਕੋਈ ਤੂੰ ਬਣੇਗਾ, ਬਰਿਸਟਰ ਬਣੇਗਾ, ਵਕੀਲ ਦਾ ਪੁੱਤ ਹੈ, ਕਿਉਂਕਿ ਇਹ ਕਹਿੰਦੇ ਸਾਡੇ ਗ੍ਰੰਥ ਵੀ ਫੌਜੀ का बेटा कर्नल और कर्नल का बेटा जनरल बन सकता, भाग्य साथ दे तो। भाग्य में फलती सर्वदा, नच विद्या न पौरुषम। हमेशा भाग्य फलता है, न विद्या फलती है, न पौरुष फलता है। मारवाड़ी सेठ दे अगे वकील मेरे वर्गे जाते, जनाब किनू 138 का नोट देना है, चेक किदा डिसऑनर होया। और बड़े बड़े मल, बड़े बड़े योद्धा बाहर खड़े होते हैं कि किसको पीटना है, किधे चार थप्पड़ लाने। भाग्यशाली होना चाहिए। प्रवीण जी भाग्यशाली है, उतों आए, 9 पैदा किया, सानू फखर है। इन्हें जुराओं का 9 अच्छा किया। मेरा बेटा भी इन्हें नाल एसोसीएटेड है, विशाल शर्मा बरिस्टर है, कैंब्रिज में ठहरदा है, तो कैंब्रिज दफ्तर इन्हें लैके दिता है। तो मैं चाहना आनंद करन। बाकी धर्म की गल है, एथिक्स की गल है। भगवान कृष्ण बारे लिखिया भी भगवान कृष्ण दुआपर दे महाराज सी, दुआपर दे भगवान सी, और बाबा नानक कलयुग दे अवतार सी। वो भगवान कृष्ण का रूप सी। साडे घरे माता का जगराता होया, पिता जी ने साढ़िया ने बाबा नानक की फोटो विच लाती माता जी। वो महल्ले दे बनिया बरादरी दूजे महाजन भाई कहते पंडित जी ये की चीज़, कहते वो बाबा नानक जी भगवान कृष्ण ही सी। भगवान कृष्ण ने लीला की, लीला की हरिद्वार चले गए, अपने खेतों को पानी देन लगे। वो ब्राह्मण कहते महाराज जी ये क्या कर रहे हो, कहते खेतों को पानी दे रहे हैं। कहते तुम सूरज नहीं दिंदे हो, इन्ने को दूर है, लखा मीटर दूर है, लखा किलोमीटर दूर है। मेरे करतारपुर तक खेत नाल ही ने। एक दस्या सी रियलिज्म, यथार्थवाद। जो उदासी करनगे तुर पे, जो मुक्का गए, कि भुटान गए, सिक्किम गए, पैदल ही चले गए। उत्थे जाके पैर सौ गए। वो कहते महाराज तुस तां पैर मक्का बन्नी कीते हैं, कहते उधर मेरे पैर कर दे जो मक्का है नहीं, तो मक्का ही घूम गया। उदों बाद जो उसका पीर मिले, बड़ा पीर मिले, वो कहते महाराज सवाल दसो, कहते दसो, पुछो। मरदाना नाल सी, उन्हें सरंगी बजाई, कहते रब हैगा, कहते हैगा, कित्थे हैगा, कहते दिखदा नहीं, कहते साबित करो, कहते दूध लाओ, दुध का बर्तन आ गया। वो कहते पीर साहब कहते महाराज ये दुध है, कहते नहीं दुध नहीं है, ये मक्खन है, ये घ्यो है, ये दही है, ये मलाई है, दिखदा नहीं। मक्खन दिखदा नहीं, घ्यो दिखदा नहीं। जो पीला दुध गऊ का दुध आंदा है, वो पीला घ्यो है, पीला ही वो अपने मक्खन है। वो दुध नहीं है, अमृत है। दुध तो मझ का चंगा है, प्रोटीन ज़्यादा है।
ਜਿਹੜਾ ਗਊ ਦਾ ਦੁੱਧ ਹੈ ਉਹ ਅੰਮ੍ਰਿਤ ਹੈ, ਅੰਮ੍ਰਿਤ ਹੈ। ਜਦੋਂ ਵੀਰਵਾਰ ਨੂੰ ਪੁੱਛਿਆ ਸਵਾਲ ਅਕਬਰ ਨੇ ਵੀ ਦੁੱਧ ਕਿਹੜਾ ਚੰਗਾ, ਕਹਿੰਦੇ ਮੱਝ ਦਾ। ਕਹਿੰਦੇ ਫਿਰ ਤੁਸੀਂ ਕਾਹਤੋਂ ਕਹਿੰਦੇ ਹੋ ਗਊ ਹਮਾਰੀ ਮਾਤਾ ਹੈ, ਗਊ हमारी माता को दूध थोड़ी है, वो तो अमृत है। और साइंसदानों ने साबित कर दिया है कि गाय के दूध में सवर्ण बसम मिली हुई है। उसका दूध पीने से तीक्ष्ण बुद्धि होती है, दिमाग तेज होता है, बच्चे पढ़ने से होशियार होंगे हैं। सो गाय गोपाल भगवान कृष्ण सी गाय की सेवा करती। जो दूजा सवाल पूछा उसके पीर ने रब की कर सकता है, वो कहते रब सब कुछ कर सकता है। सब कुछ का मतलब की कहते सवाल औखा मर्दाने तान ला, तान लाई ऊंचों नीच करे मेरा सतगुर, ऊंचों नीच करे। कहते महाराज तुसी मेरे आसन ते बैठो, मैं तुहाडे आसन ते। कहते रब्बा कर मैं ऊपर आ गए तू थल्ले आ गए। सो इस करके भगवान कृष्ण ने जो पैदा होए, पैदा होने तो पहले ही दसता देवकी नूं मैं तुम्हारे गर्भ में आ रहा हूँ, मैं गर्भ से आ रहा हूँ। जो पेट देखा वो चतुर्भुज रूप दर्शन। जब पैदा हुए और बालक को रखा, कपाट खुल गए, प्रहरी सौ गए, पहरेदार सौ गए और कपाट खुल गए। जाके बच्चे ने जाके रखा, लड़की ने उठाया और जब बच्चा बड़ा हुआ माता कौशल्या कहने लगी कह रहे तू मिट्टी खा रहा है। माँ मैं मिट्टी नहीं खा रहा। जब मुंह खोला तो समस्त विश्व दर्शन और माँ की याददाश्त को बुला दिया ताकि मैं इसकी ममता से वंचित ना रह जाऊं। लीला तारी सी जो बड़े हो थोड़े जे लास्ट 2 मिनट की गल रह गई। वो जो अक्रूर जी लैन वास्ते 10 वर्ष के थे भगवान कृष्ण, और 10 वर्ष के थे तो रास्ते में रथ रोका, पसीना आ रहा, गर्मी जून का महीना था, नदी में नहाने लग गया। जो नदी नहाता थल्ले देखा वही भगवान कृष्ण थल्ले वही राते बैठे। वो कहना ये तो कमाल हो गई। वो समझ गया आज कंस का अंत आ गया। 10 वर्ष की आयु में एक मुक्के से अपने मामा के प्राण हर लिए और नाना को राजगद्दी पर बिठाया। वो धर्म दे युद्ध सी, धर्म दे सी। जो भगवान कृष्ण ने अर्जुन नूं कहा बई भाई तू युद्ध कर, वो कहते मेरे रिश्तेदार है। कहते रिश्तेदार कोई नहीं, पापी है, पापी है। उदों द्वापर युग से पाप शुरू हो गया सी, सतयुग च पाप है नहीं सी, सतयुग सी। त्रेता च भगवान राम होए उदों वधिया सी, आदर्श पुरुष सी, मर्यादा पुरुषोत्तम सी। और द्वापर च जुआ होया, द्वापर च द्रौपदी की इज्जत लुटन की कोशिश की गई, पाप बढ़ गए। कल युग के भगवान नानक सी, बाबा नानक सी, और द्वापर के भगवान कृष्ण थे। दोनों लीलाधारी, दोनों लीला के। ਪੁਰਾਣੇ ਜ਼ਮਾਨੇ 'ਚ ਜਿਵੇਂ ਤੁਸੀਂ ਗੱਲ ਕੀਤੀ, ਮੈਂ ਆਖਰੀ ਸਵਾਲ ਨਾਲ ਤੁਹਾਨੂੰ ਇਹ ਖਤਮ ਕਰਨਾ ਚਾਹੂੰਗੀ ਕਿ ਪੁਰਾਣੇ ਜ਼ਮਾਨੇ 'ਚ ਲੋਕ ਸੀ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਮਿਲਦੇ ਸੀ, ਧਰਮ ਤੁਹਾਨੂੰ ਜੀਵਨ ਜਾਣ 'ਚ ਸਿਖਾਉਂਦਾ ਸੀ, ਪਰ ਅੱਜ ਉੱਥੇ ਧਰਮ ਨੂੰ ਲੜਾਈਆਂ ਦੇ ਤੌਰ ਤੇ ਯੂਜ਼ ਕੀਤਾ ਜਾਂਦਾ। ਧਰਮ ਦਾ ਦੇਖੋ ਜੀ, ਕਾਰਲ ਮਾਰਕਸ ਤਾਂ ਇਹ ਕਹਿੰਦਾ ਸੀ ਧਰਮ ਇੱਕ ਅਫੀਮ ਕੀ ਗੋਲੀ ਹੈ। ਧਰਮ ਦੇ ਨਾਂ ਤੇ ਲੋਕਾਂ ਨੂੰ ਬੁੱਧੂ ਬਣਾਉਂਦੇ ਆ। ਧਰਮ ਦੇ ਜਿਹੜੇ ਠੇਕੇਦਾਰ ਹੋ ਗਏ ਨਾ ਉਹ ਮਾੜੀ ਗੱਲ ਹੈ। ਠੀਕ ਹੈ, ਆਪਣੀ ਆਪਣੀ ਆਸਥਾ ਮੁਤਾਬਕ ਭਗਵਾਨ ਦਾ ਨਾਂ ਲਓ, ਘਰੇ ਪੂਜੋ, ਘਰੇ ਤਾਂ ਤੁਸੀਂ ਸੇਵਾ ਨਹੀਂ ਕਿਸੇ ਦੀ ਕਰਦੇ, ਉੱਥੇ ਜਾ ਕੇ ਝਾੜੂ ਦਿੰਦੇ ਹੋ। ਮੈਨੂੰ ਤਾਂ ਇਹ ਲੱਗਦਾ ਵੀ ਪ੍ਰਦਰਸ਼ਨ ਹੈ, ਝੂਠਾ ਪ੍ਰਦਰਸ਼ਨ ਹੈ। ਕਈ ਬੁੜੀਆਂ ਜਾਂਦੀਆਂ ਉਹ ਜੀ ਮੈਂ ਡੇਰੇ ਜਾਣਾ ਹੈ, ਉੱਤੇ ਘਰੇ ਬਾਲ ਬੱਚਾ ਰੋਂਦਾ, ਉਹ ਭੁੱਖਾ ਹੈਗਾ, ਉਹਨੇ ਸਕੂਲ ਜਾਣਾ ਹੈ, ਉਹਨੂੰ ਦੁੱਧ ਦੀ ਭੁੱਖ ਲੱਗੀ ਹੈ, ਰੋਟੀ ਹੈ, ਉਹਨੂੰ ਭਗਾ ਕੇ ਮਾਰਦੀ ਹੈ ਤੇ ਕਹਿੰਦੀ ਮੈਂ ਚੱਲੀ ਡੇਰੇ। ਦੱਸੋ ਬਾਬਾ ਨਾਨਕ ਸਿੰਘ ਸਾਡੇ ਜਗ੍ਹਾ ਹੋਏ ਹੈ, ਕੋਈ ਔਰਤ ਉਹਨੇ ਕੋਈ ਜਾਂਦੀ ਨਹੀਂ ਸੀ, ਉਹ ਕਹਿੰਦੀ ਬੀਬੀ ਤੇਰੇ ਸੱਸ ਸਹੁਰਾ ਹੈਗਾ? ਹਾਂਜੀ ਹੈਗਾ। ਫਿਰ ਜਾ ਕੇ ਉਹਨਾਂ ਦੀ ਸੇਵਾ ਕਰ, ਇੱਥੇ ਤੂੰ ਕੀ ਕਰਨਾ ਹੀ ਹੈ। ਉੱਥੇ ਅਲਾਉਡ ਹੀ ਨਹੀਂ ਸੀ। ਸਾਡੇ ਪਿਤਾ ਜੀ ਨੇ ਉਹਨਾਂ ਨੂੰ ਸੰਸਕ੍ਰਿਤ ਪੜ੍ਹਾਈ, ਜਗन्नाथ ਸ਼ਾਸਤਰੀ ਸੰਸਕ੍ਰਿਤ ਪੜ੍ਹਾਈ। ਸਾਡੇ ਘਰੇ ਵਿਦਵਾਨ ਬਹੁਤ ਆਏ, ਜਿਹੜੇ ਅੱਜ ਕੱਲ੍ਹ ਛਤਰਪੁਰ ਦੇ ਮਹਾਰਾਜ ਹੈ, ਜਿਹੜੇ ਆਪਣੀ ਸ਼ੁਕਰਾਨਾ ਵਾਲੇ, ਇਹ ਦੀਕਸ਼ਾ ਸਾਡੇ ਘਰੇ ਲਿੱਤੀ ਔਰ ਸ਼ਿਵ ਪੁਰਾਣ ਸਿੱਖਿਆ। ਉਦੋਂ ਬਾਅਦ ਮਹਾਰਾਜ ਬਣ ਗਏ। ਮੈਂ ਉਹਨਾਂ ਦੀ ਗੱਡੀ ਚਲਾਈ, ਮੈਂ ਡਰਾਈਵਰ ਸੀ, ਮੇਰੀ ਗੱਡੀ 'ਚ ਬੈਠੇ। ਸਾਡੇ ਭਾਈ ਸਾਹਿਬ ਕੋਲ ਗਏ, ਡਾਕਟਰ ਅਸ਼ੋਕ ਸ਼ਰਮਾ ਕੋਲੇ, ਵਿਸ਼ਾਲ ਛੋਟਾ ਸੀ, ਉਹਨੂੰ ਕਹਿੰਦੇ ਉੱਠ ਡਾਕਟਰ ਤੇ ਗੱਡੀ ਤੇ ਅਸੀਂ ਬਹਿਣਾ। ਜਿੱਦਣ ਦੇ ਉਹ ਬੈਠੇ ਸਾਡੇ ਮਰੀਜ਼ ਹੀ ਆਉਣ ਲੱਗ ਗਏ। ਇਹ ਗੱਲ ਇਹ ਵੀ ਹੈ ਨਾ, ਕੋਈ ਭਗਵਾਨ ਦਾ ਰੂਪ ਹੀ ਹੁੰਦੇ ਆ, ਭਗਵਾਨ ਦੇ ਬੰਦੇ, ਪਰ ਅਸਲੀ ਭਗਵਾਨ ਬਾਬਾ ਨਾਨਕ ਹੋਇਆ, ਲੀਲਾ ਕੀਤੀ। ਉਦੋਂ ਬਾਅਦ ਭਗਵਾਨ ਨਹੀਂ ਹੋਏ, ਭਗਵਾਨ ਦੇ ਠੇਕੇਦਾਰ ਹੋਏ, ਧਰਮ ਦੇ ਠੇਕੇਦਾਰ ਹੋਏ, ਲੜਾਈਆਂ ਹੋਈਆਂ, ਕਲੇਸ਼ ਪਏ। तो मैं सबनों एक अपने में संदेश देना, सांझीवालता का संदेश देना भी सारे धर्मां का पालन करो। साडा मुल्क सैकुलर है, हिंदुस्तान सैकुलर है, असीं उत्थे दे बशिंदे हैं, बहुत प्यार करते हैं। तुसीं मैनूं इत्थे आउण दा टाइम दिता, बोलण दा टाइम दिता। मैं हमदर्द दे प्रबंधकां दा, हमदर्द दे जिहड़े देखण वाले दर्शकां दा बहुत धन्नवाद करना।
ਮਿਹਰਬਾਨੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਪ੍ਰਵੀਨ ਜੀ, ਬਹੁਤ ਵਧੀਆ ਲੱਗਿਆ ਸਰ ਨੂੰ ਮਿਲ ਕੇ। ਥੈਂਕ ਯੂ ਸੋ ਮਚ ਮਿਲਵਾਉਣ ਦੇ ਲਈ। ਤੇ ਅਖੀਰ 'ਚ ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਬਸ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਤਰਨ ਜੀ ਕਿ ਜਿਸ ਤਰ੍ਹਾਂ ਆਪਾਂ ਅੱਜ ਗੱਲ ਕੀਤੀ ਹੈ ਕਿ ਮਾਰਕੀਟ ਦੇ ਵਿੱਚ ਆਪਸ਼ਨਸ ਵੀ ਵਧੀਆ ਨੇ ਜੇ ਤੁਹਾਡੀ ਅਫੋਰਡੇਬਿਲਟੀ ਬਣਦੀ ਆ, ਕਿਉਂਕਿ ਕਾਫੀ ਲੋਕ ਨੇ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਉਹ ਬਿਲਡਰਸ ਨੂੰ ਆਪਣੇ ਡਿਪੋਜ਼ਿਟਸ ਛੱਡ ਰਹੇ ਆ, ਉਹਦਾ ਤੁਸੀਂ ਵੀ ਬੈਨੀਫਿਟ ਲੈ ਸਕਦੇ ਹੋ। ਸੈਲਰ ਦਾ ਵੀ ਕੋਈ ਨੁਕਸਾਨ ਨਹੀਂ, ਅਸੀਂ ਇਹ ਨਹੀਂ ਕਹਿ ਰਹੇ ਵੀ ਕਿਸੇ ਸੈਲਰ ਦਾ ਨੁਕਸਾਨ ਹੋਵੇ। ਕਈ ਵਾਰ ਬੰਦੇ ਹੁਣ ਇਸ ਸਿਚੁਏਸ਼ਨ 'ਚ ਨੇ, ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈ। ਸੋ ਇਸ ਕਰਕੇ ਜੇ ਤੁਸੀਂ ਇਦਾਂ ਦੀ ਕੋਈ ਵੀ ਆਪਸ਼ਨ ਦੇਖ ਰਹੇ ਹੋ ਜਾਂ ਕੋਈ ਡੀਲਸ ਦੇਖ ਰਹੇ ਹੋ, ਸਾਡੇ ਨਾਲ ਵੀ ਕਾਫੀ ਸੈਲਰਸ ਜੁੜੇ ਹੋਏ ਨੇ ਜਿਹੜੇ ਕਿ ਆਪਣੀਆਂ ਪ੍ਰਾਪਰਟੀਜ਼ ਨੂੰ ਡਿਸਪੋਜ਼ ਆਫ ਕਰਨਾ ਚਾਹੁੰਦੇ ਆ, ਨਹੀਂ ਕਲੋਜ਼ ਕਰਾ ਪਾਏਗੇ ਜਾਂ ਕਰਾ ਪਾ ਰਹੇ। ਸੋ ਇਹਦੇ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਸਾਡਾ ਆਪਣੀ ਸਕਰੀਨ ਤੇ ਹੈ ਹੀ ਹੈ ਤਰਨ ਜੀ, 416 910 9923। ਆਫਿਸ ਸਾਡਾ ਮਿਸਾਗਾ ਦੇ ਵਿੱਚ ਹੈ, ਡੈਰੀ ਐਂਡ ਮੈਕਲੋਗਲਨ ਤੇ। ਜਦੋਂ ਵੀ ਤੁਸੀਂ ਚਾਹੋ ਸਾਨੂੰ ਕਾਲ ਕਰ ਸਕਦੇ ਹੋ ਜਾਂ ਆ ਕੇ ਵੀ ਮਿਲ ਸਕਦੇ ਹੋ। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ ਚਾਉਣ ਲਈ ਤੇ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਤਰਨ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਹੁਣ ਘਰ ਖਰੀਦਣਾ ਚਾਹੁੰਦੇ ਹੋ, ਰੀਅਲ ਏਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਟੀਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।